ਸਤਿ ਸ੍ਰੀ ਅਕਾਲ। ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ। ਅੱਜ ਦਾ ਮੁੱਦਾ ਭਾਰਤ ਅਤੇ ਕਿਸੇ ਵੀ ਦੇਸ਼ ਦੇ ਵਿਚਾਲੇ ਕੂਟਨੀਤਿਕ ਸੰਬੰਧ ਵਧੀਆ ਹੋਣਗੇ ਤਾਂ ਵਧੀਆ ਗੱਲ ਹੈ, ਪਰ ਇੱਕ ਪਾਸੇ ਕੂਟਨੀਤਿਕ ਸੰਬੰਧਾਂ ਦੀ ਗੱਲ ਤੇ ਨਾਲ ਹੀ ਇਹ ਵੀ ਆਖਿਆ ਜਾਂਦਾ ਹੈ ਕਿ ਵਿਦੇਸ਼ ਦੇ ਵਿੱਚ ਕਿਸੇ ਭਾਰਤੀ ਹਾਈ ਕਮਿਸ਼ਨਰ ਦਾ ਭਾਰਤੀ ਡਿਪਲੋਮੈਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਸ ਦੇਸ਼ ਦੀ ਹੋਏਗੀ ਜਿੱਥੇ ਉਹ ਵਿਅਕਤੀ ਜਾਂਦਾ ਹੈ। ਪਰ ਹੁਣ ਕੈਨੇਡਾ ਤੋਂ ਆਈ ਇੱਕ ਤਾਜ਼ਾ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਭਾਰਤੀ ਹਾਈ ਕਮਿਸ਼ਨਰ ਦਾ ਕਾਫਲਾ ਰੋਕਿਆ ਜਾਂਦਾ ਹੈ ਅਤੇ ਉਹਨਾਂ ਦੇ ਸਾਹਮਣੇ ਹੀ ਭਾਰਤੀ ਝੰਡੇ ਤਿਰੰਗੇ ਨੂੰ ਫਾੜ ਦਿੱਤਾ ਜਾਂਦਾ ਹੈ। ਤਾਂ ਦੂਜੇ ਪਾਸੇ ਕੈਨੇਡਾ ਕਹਿੰਦਾ ਹੈ ਕਿ ਫ੍ਰੀडम ਆਫ ਸਪੀਚ ਹੈ। ਅੱਜ ਅਸੀਂ ਗੱਲ ਕਰਾਂਗੇ ਕੂਟਨੀਤੀ ਦੀ ਅਤੇ ਫ੍ਰੀडम ਆਫ ਸਪੀਚ ਦੀ। ਤਾਂ ਸਭ ਤੋਂ ਪਹਿਲਾਂ ਗ੍ਰਾਫਿਕਸ ਦੇ ਜ਼ਰੀਏ ਸਮਝ ਲੈਂਦੇ ਹਾਂ ਕਿ ਮੁੱਦਾ ਹੈ ਕੀ। ਕੈਨੇਡਾ ਵਿੱਚ ਮੁੜ ਤੋਂ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਭਾਰਤ ਵਿਰੋਧੀ ਕਾਰਵਾਈ ਕੀਤੀ ਗਈ ਹੈ। ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨਰ ਦੇ ਕਾਫਲੇ ਨੂੰ ਰੋਕਿਆ। ਕੈਨੇਡਾ ਦੇ ਵਿੱਚ ਮੁੜ ਤੋਂ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਕਾਰਵਾਈ ਕੀਤੀ ਗਈ। ਹਾਈ ਕਮਿਸ਼ਨਰ ਦੇ ਕਾਫਲੇ ਨੂੰ ਰੋਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਹਾਈ ਕਮਿਸ਼ਨਰ ਦੀ ਗੱਡੀ ਅੱਗੇ ਝੰਡਾ ਫਾੜ ਦਿੱਤਾ ਤੇ ਪੈਰ ਹੇਠਾਂ ਮਿੱਧਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਪੁਲਿਸ ਆਈ ਅਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਭਜਾ ਦਿੱਤਾ ਗਿਆ। ਤਾਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਹੋਇਆ ਹੈ। ਇੰਦਰਜੀਤ ਸਿੰਘ ਕੌਸ਼ਲ ਨਾਮ ਦੇ ਵਿਅਕਤੀ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਖਾਲਿਸਤਾਨੀ ਇੰਦਰਜੀਤ ਸਿੰਘ ਕੌਸ਼ਲ ਦੇ ਵੱਲੋਂ ਇਹ ਕਾਫਲਾ ਰੋਕਿਆ ਗਿਆ ਸੀ ਤੇ ਨਾਲ ਹੀ ਉਸ ਦੇ ਵੱਲੋਂ ਭਾਰਤੀ ਹਾਈ ਕਮਿਸ਼ਨਰ ਦੇ ਉੱਪਰ ਕਿਸੇ ਵਿਅਕਤੀ ਨੂੰ $50,000 ਦੇ ਕੇ ਉਸ ਦਾ ਕਤਲ ਕਰਵਾਉਣ ਦੇ ਇਲਜ਼ਾਮ ਵੀ ਲਗਾਏ ਨੇ। ਤਾਂ ਇਹ ਸਵਾਲ ਬਹੁਤ ਵੱਡੇ ਨੇ, ਇਹ ਇਲਜ਼ਾਮ ਬਹੁਤ ਵੱਡੇ ਨੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਡਾ ਪ੍ਰੋਗਰਾਮ ਇਸ ਵਕਤ ਲਾਈਵ ਹੈ ਜੀ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਦੇ ਵਿੱਚ ਲਾਈਵ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤਾਂ ਹੁਣ ਗੱਲ ਕਰਦੇ ਆ ਕੈਨੇਡਾ ਦੀ ਧਰਤੀ ਇੱਕ ਵਾਰ ਫਿਰ ਭਾਰਤ ਵਿਰੋਧੀ ਨਾਅਰਿਆਂ ਅਤੇ ਹੰਗਾਮੇ ਦਾ ਗਵਾਹ ਬਣੀ ਹੈ। ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਭਾਰਤੀ ਹਾਈ ਕਮਿਸ਼ਨਰ ਦੇ ਕਾਫਲੇ ਨੂੰ ਰੋਕਣ ਅਤੇ ਵਿਆਨਾ ਕਨਵੈਨਸ਼ਨ ਦੇ ਘੇਰੇ ਨੂੰ ਤੋੜਨ ਦੀ ਘਟਨਾ ਨੇ ਨਵੀਂ ਦਿੱਲੀ ਨੂੰ ਸਖਤ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ। ਪਰ ਕਿ ਇਸ ਪੂਰੇ ਮਾਮਲੇ ਵਿੱਚ ਕੈਨੇਡਾ ਦੇ ਵਿੱਚ ਆਪਣੇ ਤਰਕ ਹਨ, ਪ੍ਰਦਰਸ਼ਨਕਾਰੀਆਂ ਦੇ ਆਪਣੇ ਦਾਅਵੇ ਹਨ ਕਿ ਇਹ ਸਿਰਫ ਸਿਆਸੀ ਵਿਰੋਧ ਹੈ ਜਾਂ ਫਿਰ ਸੁਰੱਖਿਆ ਦੇ ਵਿੱਚ ਵੱਡੀ ਚੂਕ ਹੈ, ਸਿਕਿਉਰਿਟੀ ਲੈਪਸ ਹੈ। ਤੁਹਾਨੂੰ ਕੀ ਲੱਗਦਾ ਹੈ? ਅੱਜ ਦੀ ਇਸ ਖਾਸ ਚਰਚਾ ਦੇ ਵਿੱਚ ਅਸੀਂ ਬਿਨਾਂ ਕਿਸੇ ਪੱਖਪਾਤ ਦੋਵਾਂ ਪਾਸਿਆਂ ਤੋਂ ਤੁਹਾਡੀਆਂ ਦਲੀਲਾਂ ਸੁਣਨਾ ਚਾਹੁੰਦੇ ਹਾਂ। ਇਸ ਲਈ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸ ਦਿੱਤਾ ਕਿ ਸਾਡਾ ਪ੍ਰੋਗਰਾਮ ਲਾਈਵ ਹੈ। ਨੰਬਰ ਸਕਰੀਨ ਤੇ ਨੇ, ਫੋਨ ਚੁੱਕੋ, ਨੰਬਰ ਡਾਇਲ ਕਰੋ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰੋ। ਅਸੀਂ ਵਾਰ-ਵਾਰ ਜਿਸ ਸ਼ਖਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਇੰਦਰਜੀਤ ਸਿੰਘ ਕੌਸ਼ਲ ਹੈ, ਖਾਲਿਸਤਾਨੀ ਸਮਰਥਕ ਹੈ। ਇਸ ਦੇ ਵੱਲੋਂ ਹੀ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਨੂੰ ਰੋਕਿਆ ਗਿਆ। ਇਹ ਦਿਨੇਸ਼ ਪਟਨਾਇਕ ਨੇ ਜਿਸ ਦੇ ਕਾਫਲੇ ਨੂੰ ਰੋਕਿਆ ਗਿਆ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਸਾਹਮਣੇ ਹੀ ਝੰਡਾ ਫਾੜ ਦਿੱਤਾ ਗਿਆ। ਇੰਦਰਜੀਤ ਸਿੰਘ ਕੌਸ਼ਲ ਦਾ ਕਹਿਣਾ ਹੈ ਕਿ ਦਿਨੇਸ਼ ਪਟਨਾਇਕ ਉਹ ਵਿਅਕਤੀ ਹੈ, ਉਹ ਅਪਰਾਧੀ ਹੈ ਜਿਸ ਨੇ ਉਸ ਨੂੰ ਮਰਵਾਉਣ ਦੇ ਲਈ ਕਿਸ ਨੂੰ $50,000 ਦੇ ਕੇ ਹਾਇਰ ਕੀਤਾ, ਪਰ ਉਹ ਤਾਂ ਫਿਰ ਬਚ ਗਿਆ। ਇਸ ਲਈ ਲਗਾਤਾਰ ਉਹ ਭਾਰਤੀ ਡਿਪਲੋਮੈਟਸ ਦਾ, ਹਾਈ ਕਮਿਸ਼ਨਰ ਦਾ ਵਿਰੋਧ ਕਰਦੇ। ਹੁਣ ਸਵਾਲ ਇਹ ਹੈ, ਅੱਜ ਦਾ ਸਾਡਾ ਮੁੱਦਾ ਹੈ ਕੈਨੇਡਾ ਕੱਟੜਵਾਦ ਤੇ ਕੜਵਾਹਟ ਨੂੰ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਕਿ ਵਾਕਿਆ ਹੀ ਵਿਰੋਧ ਕਰਨ ਦਾ ਇਹ ਤਰੀਕਾ ਸਹੀ ਹੈ? ਕਿ ਇਹ ਸਿਕਿਉਰਿਟੀ ਲੈਪਸ ਹੈ ਜਾਂ ਫ੍ਰੀडम ਆਫ ਸਪੀਚ ਹੈ? ਕਿਉਂਕਿ ਉਹਨਾਂ ਨੇ ਕੁਝ ਨਹੀਂ ਕਿਹਾ, ਉਹ ਸਿਰਫ ਇੱਥੇ ਆਪਣਾ ਪ੍ਰਦਰਸ਼ਨ ਕਰਨ ਆਏ ਔਰ ਚਲੇ ਗਏ। ਕੀ ਇਸ ਨੂੰ ਸਿਕਿਉਰਿਟੀ ਲੈਪਸ ਮੰਨਿਆ ਜਾ ਸਕਦਾ ਹੈ? ਕਿ ਭਾਰਤੀ ਹਾਈ ਕਮਿਸ਼ਨਰ ਗੱਡੀ ਦੇ ਵਿੱਚ ਬੈਠੇ ਸੀ, ਕੁਝ ਲੋਕ ਆਏ, ਉਹਨਾਂ ਨੇ ਸਿਰਫ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪ੍ਰਦਰਸ਼ਨ ਕੀਤਾ, ਝੰਡਾ ਫਾੜਿਆ ਅਤੇ ਉੱਥੋਂ ਚਲੇ ਗਏ। ਕੀ ਇਸ ਨੂੰ ਸਿਕਿਉਰਿਟੀ ਲੈਪਸ ਕਿਹਾ ਜਾ ਸਕਦਾ ਹੈ? ਕਿਉਂਕਿ ਨੁਕਸਾਨ ਕੋਈ ਨਹੀਂ ਹੋਇਆ ਹੈ। ਤੇ ਦੂਜੇ ਪਾਸੇ ਕੈਨੇਡਾ ਇਸ ਨੂੰ ਫ੍ਰੀडम ਆਫ ਸਪੀਚ ਕਹਿੰਦਾ ਹੈ। ਕਿ ਵਾਕਿਆ ਹੀ ਇਹ ਦੋਵੇਂ ਚੀਜ਼ਾਂ ਸਹੀ ਨੇ? ਕਿਉਂਕਿ ਭਾਰਤੀ ਸਰਕਾਰ ਨੇ ਇਸ ਤੇ ਸਵਾਲ ਚੁੱਕੇ ਨੇ ਕਿ ਸਿਕਿਉਰਿਟੀ ਦੇ ਵਿੱਚ ਲੈਪਸ ਕਿਸ ਤਰ੍ਹਾਂ ਦੇ ਨਾਲ ਹੋ ਗਿਆ। ਦੂਜੇ ਪਾਸੇ ਇੰਦਰਜੀਤ ਸਿੰਘ ਕੌਸ਼ਲ ਜਿਹੜੇ ਇਲਜ਼ਾਮ ਲਗਾ ਰਹੇ ਨੇ ਉਹ ਬਹੁਤ ਵੱਡੇ ਨੇ। ਕਿ ਇੰਦਰਜੀਤ ਸਿੰਘ ਕੌਸ਼ਲ ਦੇ ਕੋਲ ਕੋਈ ਪ੍ਰੂਫ ਹੈ ਕਿ ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ? ਜੇਕਰ ਪ੍ਰੂਫ ਹੈ ਤਾਂ ਜਨਤਕ ਕਰੇ। ਇਸ ਤਰ੍ਹਾਂ ਦੇ ਇਲਜ਼ਾਮ ਪਹਿਲਾਂ ਵੀ ਲੱਗੇ ਸੀ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ।
ਜਾਂ ਫਿਰ ਅਵਤਾਰ ਸਿੰਘ ਖੰਡਾ ਦੀ ਡੈਥ ਹੋ ਗਈ ਸੀ। ਉਦੋਂ ਵੀ ਕਈ ਤਰ੍ਹਾਂ ਦੇ ਇਸੇ ਤਰ੍ਹਾਂ ਦੇ ਇਲਜ਼ਾਮ ਸੀ ਕਿ ਭਾਰਤੀ ਏਜੰਸੀਆਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਆ ਕੇ ਖਾਲਿਸਤਾਨ ਹਮਾਇਤੀਆਂ ਦੇ ਕਤਲ ਕਰਵਾਏ ਜਾ ਰਹੇ ਨੇ। ਤਦ ਕੈਨੇਡਾ ਨੇ ਸਖਤੀ ਕੀਤੀ ਸੀ ਅਤੇ ਭਾਰਤ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ। ਹਾਲਾਂਕਿ ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਹੁਣ ਇੱਕ ਵਾਰ ਫਿਰ ਤੋਂ ਇੰਦਰਜੀਤ ਸਿੰਘ ਗੋਸਲ ਨਾਮ ਦੇ ਵਿਅਕਤੀ ਦੇ ਵੱਲੋਂ ਰੋਸ ਹੈ ਜਿਹੜਾ ਪ੍ਰਗਟਾਇਆ ਗਿਆ ਹੈ ਕਿ ਇਸ ਤਰ੍ਹਾਂ ਰੋਸ ਪ੍ਰਗਟਾਉਣਾ ਗਲਤ ਹੈ, ਕਿ ਇਸ ਤਰ੍ਹਾਂ ਰੋਸ ਨਹੀਂ ਪ੍ਰਗਟਾਇਆ ਜਾ ਸਕਦਾ। ਉਹ ਦੇਸ਼ ਜਿੱਥੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਹੋਵੇ, ਕਿ ਉਹਨਾਂ ਨੂੰ ਆਪਣਾ ਵਿਚਾਰ ਰੱਖਣ ਦੀ ਆਜ਼ਾਦੀ ਨਹੀਂ ਹੈ, ਕਿ ਉਹਨਾਂ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ, ਕਿ ਉਹਨਾਂ ਨੇ ਗੱਡੀ ਨੂੰ ਨੁਕਸਾਨ ਪਹੁੰਚਾਇਆ ਜਾਂ ਫਿਜ਼ੀਕਲੀ ਹਿੱਟ ਕੀਤਾ ਕਿਸੇ ਨੂੰ, ਕਿ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ। ਕੈਨੇਡਾ ਇਸ ਨੂੰ ਇਸ ਤਰੀਕੇ ਨਾਲ ਵੇਖਦਾ ਹੈ ਕਿ ਹਰ ਕੋਈ ਆਪਣੇ ਵਿਚਾਰ ਪ੍ਰਗਟਾ ਸਕਦਾ ਹੈ। ਪਰ ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਭਾਰਤ ਕਹਿੰਦਾ ਹੈ ਕਿ ਸਿਕਿਉਰਿਟੀ ਲੈਪਸ ਹੋਈ ਹੈ। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਪਹਿਲਾਂ ਹੀ ਨਾਜ਼ੁਕ ਦੌਰ 'ਚ ਲੰਘ ਰਹੇ ਨੇ ਅਤੇ ਹੁਣ ਇੰਦਰਜੀਤ ਸਿੰਘ ਗੋਸਲ ਨਾਲ ਜੁੜੀ ਹੋਈ ਤਾਜ਼ਾ ਘਟਨਾ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਇੱਕ ਪਾਸੇ ਭਾਰਤ ਇਸ ਨੂੰ ਆਪਣੀ ਪ੍ਰਭੂਸੱਤਾ ਅਤੇ ਹਾਈ ਕਮਿਸ਼ਨਰ ਤੇ ਸਿੱਧਾ ਹਮਲਾ ਮੰਨ ਰਿਹਾ ਹੈ, ਜਿਸ ਦੇ ਵਿੱਚ ਸੁਰੱਖਿਆ ਪ੍ਰਬੰਧ ਫੇਲ ਸਾਬਤ ਹੋਏ ਨੇ। ਤਾਂ ਦੂਜੇ ਪਾਸੇ ਕੈਨੇਡੀਅਨ ਸਿਆਸਤ ਵਿੱਚ ਲੋਕਤੰਤਰਿਕ ਅਧਿਕਾਰਾਂ ਅਤੇ ਸਥਾਨਕ ਕਾਨੂੰਨਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ। ਆਖਰ ਇਸ ਟਕਰਾਅ ਦਾ ਅੰਤ ਕੀ ਹੋਵੇਗਾ? ਕਿ ਦੋਵੇਂ ਦੇਸ਼ ਆਪਸੀ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਣਗੇ ਜਾਂ ਫਿਰ ਤਣਾਅ ਹੋਰ ਵਧੇਗਾ? ਇਸ ਤੇ ਅਸੀਂ ਅੱਜ ਨਿਰਪੱਖ ਵਿਸ਼ਲੇਸ਼ਣ ਕਰ ਰਹੇ ਹਾਂ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵਾਰ-ਵਾਰ ਅਪੀਲ ਕਰਦੇ ਹਾਂ ਕਿ ਉਹ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਨੇ, ਕਿਉਂਕਿ ਇਹ ਮੰਚ ਤੁਹਾਡਾ ਹੈ, ਤੁਹਾਡੇ ਲਈ ਹੈ। ਇਸ ਲਈ ਜੇਕਰ ਤੁਸੀਂ ਇਸ ਮੰਚ ਤੇ ਆਪਣੀ ਰਾਏ ਰੱਖੋਗੇ, ਯੂਨੈਨਿਮਸ ਰਾਏ ਬਹੁਤ ਕੁਝ ਕਰ ਸਕਦੀ ਹੁੰਦੀ ਹੈ। ਜੇਕਰ ਤੁਸੀਂ ਯੂਨੈਨਿਮਸ ਦੀ ਰਾਏ ਨਹੀਂ ਰੱਖਦੇ ਤਾਂ ਚੀਜ਼ਾਂ ਬਦਲ ਜਾਇਆ ਕਰਦੀਆਂ ਨੇ, ਚੀਜ਼ਾਂ ਹੋਰ ਹੋ ਜਾਂਦੀਆਂ ਨੇ। ਤਾਂ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਰੋਸ ਹੈ ਜਿਹੜਾ ਪ੍ਰਗਟਾਇਆ ਗਿਆ ਹੈ। ਇਹ 26 ਤਰੀਕ ਦੀ ਘਟਨਾ ਹੈ ਜਦੋਂ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਕੈਨੇਡਾ ਗਏ ਸੀ। ਉੱਥੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਸੀ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਵੀ ਦਿੱਤੀ ਗਈ ਹੈ। ਤਾਂ ਉੱਥੇ ਖਾਲਿਸਤਾਨ ਹਮਾਇਤੀ ਪੁੱਜੇ, ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ, ਉਹਨਾਂ ਦੀ ਗੱਡੀ ਦਾ ਕਾਫਲਾ ਰੋਕ ਕੇ ਕੀਤਾ ਗਿਆ। ਤਾਂ ਇਸ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਾਰ-ਵਾਰ ਦਿਖਾਈਆਂ ਨੇ। ਕੈਨੇਡਾ 'ਚ ਮੁਜ਼ਾਹਰਾ ਮੰਗਾਂ ਦਾ ਹੋਊ ਨਿਪਟਾਰਾ, ਇਹ ਸਵਾਲ ਸਾਡਾ ਤੁਹਾਡੀ ਟੀਵੀ ਸਕਰੀਨ ਤੇ ਹੈ। ਡਿਪਲੋਮੈਟ ਦਾ ਰੋਕਿਆ ਕਾਫਲਾ, ਭਾਰਤ ਕੈਨੇਡਾ ਦਾ ਵਧੂ ਫਾਸਲਾ, ਕਿ ਦੁਬਾਰਾ ਫਿਰ ਤੋਂ ਭਾਰਤ ਕੈਨੇਡਾ ਦੇ ਸੰਬੰਧ ਨੇ ਜਿਹੜੇ ਖਰਾਬ ਹੋਣਗੇ, ਫਾਸਲਾ ਵਧੇਗਾ। ਕਿ ਖਾਲਿਸਤਾਨ ਇਸ ਤਰ੍ਹਾਂ ਕਰਨ ਦੇ ਨਾਲ ਮਿਲ ਜਾਏਗਾ ਜਾਂ ਫਿਰ ਖਾਲਿਸਤਾਨ ਦੀ ਆੜ ਦੇ ਵਿੱਚ ਕੁਝ ਪਰਸਨਲ ਰੰਜਿਸ਼, ਪਰਸਨਲ ਦੁਸ਼ਮਣੀ ਕੱਢੀ ਜਾ ਰਹੀ ਹੈ। ਤੁਹਾਨੂੰ ਸਭ ਨੂੰ ਲੱਗੇ ਕੀ ਲੱਗਿਆ ਹੈ? ਇਹ ਜੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਚੱਲੀਆਂ ਨੇ, ਇਹਨਾਂ ਨੂੰ ਵੇਖ ਕੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਆਇਆ? ਕਿ ਇਹ ਸਿਕਿਉਰਿਟੀ ਲੈਪਸ ਹੈ? ਦੂਸਰਾ ਸਵਾਲ, ਕੀ ਇਹ ਫ੍ਰੀडम ਆਫ ਸਪੀਚ ਹੈ, ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਹੈ? ਤੁਸੀਂ ਸਭ ਨੂੰ ਲੈ ਕੇ ਕਿਵੇਂ ਦੇਖਦੇ ਹੋ? ਕਿਉਂਕਿ ਭਾਰਤ ਕਹਿੰਦਾ ਹੈ ਕਿ ਸਿਕਿਉਰਿਟੀ ਲੈਪਸ ਹੈ, ਕੈਨੇਡਾ ਕਹਿੰਦਾ ਹੈ ਕਿ ਫ੍ਰੀडम ਆਫ ਸਪੀਚ ਹੈ। ਤੁਸੀਂ ਆਪਣੇ ਵਿਚਾਰ ਪ੍ਰਗਟਾ ਸਕਦੇ ਹੋ, ਤੁਹਾਡੇ ਕੋਲ ਆਜ਼ਾਦੀ ਹੈ। ਤੁਸੀਂ ਦੋਹਾਂ ਦੇ ਵਿੱਚੋਂ ਕਿਸ ਚੀਜ਼ ਦੇ ਨਾਲ ਸਹਿਮਤ ਹੋ? ਤੁਸੀਂ ਕਿਸ ਦਾ ਪੱਖ ਪੂਰਦੇ ਹੋ ਕਿ ਇਹ ਸਹੀ ਹੈ, ਇਹ ਗਲਤ ਹੈ, ਇਹ ਗਲਤ ਹੈ ਜਾਂ ਫਿਰ ਇਹ ਸਹੀ ਹੈ? ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ। ਕੁਝ ਭਾਰਤੀ ਡਿਪਲੋਮੈਟਸ ਦਾ ਵਿਰੋਧ ਪਹਿਲਾਂ ਵੀ ਹੋ ਚੁੱਕਿਆ ਹੈ। ਭਾਰਤੀ ਦੂਤਾਵਾਸ ਦਾ ਵੀ ਕੈਨੇਡਾ ਦੇ ਵਿੱਚ ਵਿਰੋਧ ਹੋਇਆ ਸੀ। ਤਾਂ ਹੁਣ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਕੈਨੇਡਾ ਦੇ ਵੱਲੋਂ ਖਾਲਿਸਤਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਹੁਣ ਦਾਅਵੇ ਕੀਤੇ ਜਾ ਰਹੇ ਨੇ, ਕਿਉਂਕਿ ਜਿੰਨੀ ਛੂਟ ਜਸਟਿਨ ਟਰੂਡੋ ਦੇ ਵਕਤ ਸੀ, ਉਨੀ ਛੂਟ ਹੁਣ ਨਹੀਂ ਹੈ। ਕੈਨੇਡਾ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਸਥਾਨਕ ਸ਼ਾਂਤੀ ਨੂੰ ਖਾਲਿਸਤਾਨ ਹਮਾਇਤੀ ਖਰਾਬ ਕਰਦੇ ਨੇ। ਪਿਛਲੇ ਦਿਨੀ ਇਸ ਤਰ੍ਹਾਂ ਦੀ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਇਹਨਾਂ ਤੇ ਝੰਡੇ ਲੈ ਕੇ ਨਿਕਲਣ ਦੇ ਰੋਕ ਲਾ ਦਿੱਤੀ ਗਈ ਸੀ। ਪਰ ਹੁਣ ਇੱਕ ਵਾਰ ਫਿਰ ਤੋਂ ਰੋਸ ਪ੍ਰਦਰਸ਼ਨ ਹੋਇਆ ਹੈ। ਭਾਰਤੀ ਝੰਡਾ ਹਾਈ ਕਮਿਸ਼ਨਰ ਦੀ ਗੱਡੀ ਦੇ ਸਾਹਮਣੇ ਫਾੜ ਦਿੱਤਾ ਗਿਆ, ਉਸ ਨੂੰ ਪੈਰਾਂ ਹੇਠ ਮਿੱਤਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਇੱਥੋਂ ਖਦੇੜ ਦਿੱਤਾ। ਤੁਹਾਡੇ ਮੁਤਾਬਕ ਕੌਣ ਸਹੀ, ਕੌਣ ਗਲਤ ਹੈ? ਕੌਣ ਗਲਤ, ਕੌਣ ਸਹੀ ਹੈ? ਇਹ ਵੇਖਣਾ ਹੋਏਗਾ ਕਿ ਵਾਕਿਆ ਹੀ ਇਹ ਮਾਮਲਾ ਤੂਲ ਫੜੇਗਾ ਜਾਂ ਫਿਰ ਇਹ ਮਾਮਲਾ ਠੰਡਾ ਹੋ ਜਾਏਗਾ। ਕਿ ਵਾਕਿਆ ਹੀ ਇੰਦਰਜੀਤ ਸਿੰਘ ਗੋਸਲ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਕਿ ਭਾਰਤੀ ਏਜੰਸੀਆਂ ਦੇਸ਼ਾਂ 'ਚ ਬੈਠੇ ਖਾਲਿਸਤਾਨ ਹਮਾਇਤੀਆਂ ਦਾ ਕਤਲ ਕਰਵਾ ਰਹੀਆਂ ਨੇ? ਇਹ ਸਾਡਾ ਇਹਦਾ ਸਵਾਲ ਹੈ। ਤੁਹਾਡੀ ਰਾਏ ਕੀ ਹੈ ਇਸ ਤੇ? ਜਾਂ ਫਿਰ ਰਾਸ਼ਟਰਵਾਦ ਦਾ ਰਾਗ ਅਲਾਪਿਆ ਜਾ ਰਿਹਾ ਹੈ, ਇਹ ਸਹੀ ਹੈ? ਐਸੇ ਹਰ ਕਿਸੇ ਦੀ ਆਪਣੀ ਨਿਰਪੱਖ ਰਾਏ ਹੋਣੀ ਚਾਹੀਦੀ ਹੈ, ਹਰ ਕਿਸੇ ਦੀ ਰਾਏ ਹੈ ਵੀ। ਅਵਤਾਰ ਸਿੰਘ ਖੰਡਾ ਦਾ ਕਤਲ ਹੋਇਆ, ਮਾਫ ਕਰਨਾ, उसकी डेथ हुई और उसको क्या क्या कि कत्ल हुआ है। फिलहाल एक छोटे ब्रेक के लिए रुकते हैं।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ। ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਇਸ ਵਕਤ ਲਾਈਵ ਹੈ। ਤੁਸੀਂ ਵੀ ਲਾਈਵ ਪ੍ਰੋਗਰਾਮ ਨਾਲ ਜੁੜ ਕੇ ਆਪਣੀ ਲਾਈਵ ਰਾਏ ਤੁਸੀਂ ਸਾਨੂੰ ਦੇ ਸਕਦੇ ਹੋ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਨੇ। ਸਾਡੇ ਸਵਾਲ ਤੁਹਾਡੀ ਉੱਪਰਲੀ ਪੱਟੀ ਤੇ ਚੱਲਦੇ ਨੇ। ਇਹਨਾਂ ਹੀ ਸਵਾਲਾਂ ਤੇ ਅਸੀਂ ਅੱਜ ਡਿਸਕਸ ਕਰਨ ਦੇ ਲਈ ਬੈਠੇ ਹਾਂ ਕਿ ਇੱਕ ਨਿਰਪੱਖ ਵਿਸ਼ਲੇਸ਼ਣ ਇਸ ਚੀਜ਼ ਤੇ ਹੋ ਸਕੇ। ਤਾਂ ਹੁਣ ਫਿਰ ਤੋਂ ਮੁੱਦੇ ਤੇ ਵਾਪਸ ਆਵਾਂਗੇ। ਕੁਝ ਸਵਾਲ ਨੇ। अंतरराष्ट्रीय कानून यानी कि वियना कन्वेंशन के तहत हर देश की जिम्मेवारी है कि विदेशी डिप्लोमेट्स हाई कमिश्नर को सुरक्षा देवे। ਜਦੋਂ ਪ੍ਰਦਰਸ਼ਨਕਾਰੀ ਪੁਲਿਸ ਘੇਰਾ ਤੋੜ ਕੇ ਕਾਫਲੇ ਤੱਕ ਪਹੁੰਚ ਗਏ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਤਾਂ ਕੀ ਇਹ ਸ਼ਾਂਤਮਈ ਪ੍ਰਦਰਸ਼ਨ ਦੀ ਹੱਦ ਪਾਰ ਕਰਕੇ ਸਿੱਧੀ ਹਿੰਸਾ ਨਹੀਂ ਬਣ ਜਾਂਦਾ? ਇਸ ਨੂੰ ਹਿੰਸਾ ਨਹੀਂ ਕਿਹਾ ਜਾਏਗਾ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹਾਈ ਕਮਿਸ਼ਨਰ ਤੇ ਲਗਾਏ ਗਏ ਦੋਸ਼ਾਂ ਦਾ ਕੋਈ ਕਾਨੂੰਨੀ ਸਬੂਤ ਸਾਹਮਣੇ ਨਹੀਂ ਆਇਆ। ਬਿਨਾਂ ਸਬੂਤ ਸੜਕਾਂ ਤੇ ਕਿਸੇ ਕੂਟਨੀਤਿਕ ਦਾ ਰਸਤਾ ਰੋਕਣਾ ਕਿੰਨਾ ਕੋਈ ਜਾਇਜ਼ ਹੈ? ਕਿ ਇਹਨਾਂ ਚੀਜ਼ਾਂ ਦੇ ਸਬੂਤ ਹੋਇਆ ਕਰਦੇ ਨੇ ਜਾਂ ਫਿਰ ਅਜਿਹੀਆਂ ਚੀਜ਼ਾਂ ਦੇ ਸਬੂਤ ਹੋਇਆ ਹੀ ਨਹੀਂ ਕਰਦੇ ਜਿਹੜੇ ਖੇਡ ਏਜੰਸੀਜ਼ ਦੇ ਵੱਲੋਂ ਖੇਡੇ ਜਾਂਦੇ? ਇਹ ਸਾਡਾ ਸਵਾਲ ਹੈ। ਤਾਂ ਸਵਾਲ ਕਈ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਲਗਾਤਾਰ ਚਰਚਾ ਦੇ ਵਿੱਚ ਹਾਂ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਸੰਵਿਧਾਨ ਦੇ ਵਿੱਚ ਹਰ ਨਾਗਰਿਕ ਨੂੰ ਵਿਰੋਧ ਕਰਨ ਅਤੇ ਬੋਲਣ ਦੀ ਆਜ਼ਾਦੀ ਹੈ। ਕਿ ਭਾਰਤ ਨੂੰ ਕੈਨੇਡਾ ਦੇ ਸਥਾਨਕ ਕਾਨੂੰਨਾਂ ਅਤੇ ਲੋਕਤੰਤਰਕ ਅਧਿਕਾਰਾਂ ਦੇ ਦਾਇਰੇ ਨੂੰ ਸਮਝਣ ਦੀ ਲੋੜ ਨਹੀਂ ਹੈ? ਇਹ ਸਵਾਲ ਹੈ। ਭਾਰਤ ਅਤੇ ਕੈਨੇਡਾ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਗੰਭੀਰ ਦੋਸ਼ ਪ੍ਰਤੀ ਦੋਸ਼ ਚੱਲ ਰਹੇ ਨੇ। ਕਿ ਅਜਿਹੇ ਮਾਹੌਲ ਵਿੱਚ ਸਿਰਫ ਸੁਰੱਖਿਆ ਏਜੰਸੀਆਂ ਤੇ ਸਵਾਲ ਚੁੱਕਣ ਦੇ ਨਾਲ ਹੱਲ ਨਿਕਲੇਗਾ ਜਾਂ ਦੋਵਾਂ ਦੇਸ਼ਾਂ ਨੂੰ ਬੈਠ ਕੇ ਡਿਪਲੋਮੈਟਿਕ ਗੱਲਬਾਤ ਦੇ ਰਾਹੀਂ ਤਰਕ ਦੇ ਨਾਲ ਤਣਾਅ ਘਟਾਉਣਾ ਚਾਹੀਦਾ ਹੈ? ਇਹ ਸਭ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਤੁਸੀਂ ਦੱਸ ਸਕਦੇ ਹੋ ਕਿ ਵਾਕਿਆ ਹੀ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਸੰਬੰਧ ਇਸੇ ਤਰ੍ਹਾਂ ਹੀ ਰਹਿਣਗੇ? ਕਦੇ ਇਹ ਸੰਬੰਧ ਨਹੀਂ ਸੁਧਰਨਗੇ ਜਾਂ ਕਦੇ ਸੁਧਾਰ ਇਹਨਾਂ ਸੰਬੰਧਾਂ ਦੇ ਵਿੱਚ ਹੋਵੇਗਾ ਹੀ ਨਹੀਂ? ਜਾਂ ਫਿਰ ਸੁਧਾਰ ਹੋਵੇਗਾ ਤੇ ਖਾਲਿਸਤਾਨ ਹਮਾਇਤੀਆਂ ਨੂੰ ਉੱਥੇ ਮੂੰਹ ਦੀ ਖਾਣੀ ਪਏਗੀ, ਉਹਨਾਂ ਨੂੰ ਟੱਕਰ ਪਏਗੀ? ਜਾਂ ਫਿਰ ਖਾਲਿਸਤਾਨ ਹਮਾਇਤੀ ਜੋ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਹ ਸਹੀ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਈ ਹੈ? ਅਜਿਹਾ ਉਹਨਾਂ ਦਾ ਕਹਿਣਾ ਹੈ ਕਿ ਵਾਕਿਆ ਹੀ ਅਜਿਹਾ ਕਰਨਾ ਸਹੀ ਹੈ। ਅਜਿਹਾ ਕਰਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਅਜਿਹਾ ਕਰਕੇ ਉਹਨਾਂ ਨੂੰ ਇਨਸਾਫ ਮਿਲੇਗਾ। ਦੇਸ਼ ਦੀ ਧਰਤੀ ਤੇ ਅਜਿਹਾ ਕਰਕੇ ਝੰਡਾ ਫਾੜ ਕੇ ਪੈਰਾਂ ਹੇਠ ਮਿੱਧ ਕੇ ਆਪਣਾ ਪ੍ਰਦਰਸ਼ਨ ਕਰਕੇ ਕਿ ਖਾਲਿਸਤਾਨ ਮਿਲ ਜਾਏਗਾ? ਕਿ ਅਜਿਹਾ ਵਿਰੋਧ ਪ੍ਰਦਰਸ਼ਨ ਦਰਜ ਕਰਵਾ ਕੇ ਦਿਨੇਸ਼ ਪਟਨਾਇਕ ਤੱਕ ਕੋਈ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ? ਤਾਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਸਾਨੂੰ ਦੱਸ ਸਕਦੇ ਕਿ ਵਾਕਿਆ ਹੀ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ? ਕੈਨੇਡਾ ਦੇ ਵਿੱਚ ਲੰਮੇ ਸਮੇਂ ਤੋਂ ਖਾਲਿਸਤਾਨ ਪੱਖੀ ਇੱਕ ਅੰਦੋਲਨ ਚੱਲ ਰਿਹਾ ਹੈ। ਰੈਫਰੈਂਡਮ ਵੀ ਹੋਇਆ ਹੈ ਜਿਸ ਦੇ ਵਿੱਚ ਲੋਕਾਂ ਨੇ 38 ਸਰਦੀ ਦੇ ਵਿੱਚ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਲੰਮੀਆਂ ਕਤਾਰਾਂ ਦੇ ਵਿੱਚ ਲੱਗ ਕੇ ਕਈ ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਹੋਈ ਸੀ ਵਿੱਚ ਖੜ ਕੇ ਆਪਣੀ ਵੋਟ ਪਾਈ ਸੀ ਖਾਲਿਸਤਾਨ ਦੇ ਹੱਕ ਦੇ ਵਿੱਚ। ਹਾਲਾਂਕਿ ਕੈਨੇਡਾ ਹੁਣ ਅਪੋਜ਼ ਕਰਦਾ ਹੈ ਖਾਲਿਸਤਾਨ। ਜਸਟਿਨ ਟਰੂਡੋ ਦੇ ਵਕਤ ਅਜਿਹਾ ਨਹੀਂ ਸੀ ਪਰ ਮਾਨ ਕਾਰਨੇ ਦੇ ਸਮੇਂ ਤੇ ਅਜਿਹਾ ਹੋ ਰਿਹਾ ਹੈ ਅਤੇ ਇੱਕ ਰਿਪੋਰਟ ਦੇ ਵਿੱਚ ਆਖਿਆ ਗਿਆ ਹੈ ਕਿ ਖਾਲਿਸਤਾਨ ਸਿਕਸ ਫॉर ਜਸਟਿਸ ਕੈਨੇਡਾ ਦੀ ਇੰਟਰਨਲ ਸ਼ਾਂਤੀ ਦੇ ਲਈ ਖਤਰਾ ਹੈ। ਇੱਕ ਰਿਪੋਰਟ ਪਿਛਲੇ ਦਿਨ ਪ੍ਰਕਾਸ਼ਿਤ ਹੋਈ ਸੀ ਜਿਸ ਦੇ ਵਿੱਚ ਕੈਨੇਡੀਅਨ ਏਜੰਸੀਜ਼ ਦੇ ਵੱਲੋਂ ਅਜਿਹਾ ਦਾਅਵਾ ਕੀਤਾ ਗਿਆ ਸੀ। ਨਾਲ ਹੀ ਇਹ ਵੀ ਆਖਿਆ ਗਿਆ ਸੀ ਕਿ ਕੈਨੇਡਾ ਦੇ ਵਿੱਚ ਹੁਣ ਖਾਲਿਸਤਾਨੀ ਝੰਡੇ ਨਹੀਂ ਲਿਜਾਏ ਜਾ ਸਕਣਗੇ ਪਰ ਕੈਨੇਡਾ ਫ੍ਰੀडम ਆਫ ਸਪੀਚ ਦਿੰਦਾ ਹੈ। ਇਹ ਲੋਕ ਆਪਣੇ ਝੰਡੇ ਲੈ ਕੇ ਆਏ ਅਤੇ ਭਾਰਤੀ ਡਿਪਲੋਮੈਟ ਦੀ ਗੱਡੀ ਨੂੰ ਰੋਕਿਆ। ਪੁਲਿਸ ਘੇਰਾ ਤੋੜ ਕੇ ਲੋਕ ਅੱਗੇ ਆ ਗਏ। ਇੰਦਰਜੀਤ ਸਿੰਘ ਗੋਸਲ ਨਾਮ ਦੇ ਵਿਅਕਤੀ ਵੱਲੋਂ ਭਾਰਤੀ ਝੰਡਾ ਫਾੜਿਆ ਗਿਆ। ਉਸਨੂੰ ਪੈਰਾਂ ਹੇਠ ਮਿੱਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਆ ਗਈ। ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਅਤੇ ਉੱਥੋਂ ਭੇਜ ਦਿੱਤਾ। ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਸਭ ਕੁਝ ਹੋਇਆ ਹੈ। ਤਾਂ ਸਵਾਲ ਵੀ ਕਈ ਨੇ ਜਿਹੜੇ ਜਾਇਜ਼ ਨੇ ਕਿ ਵਾਕਿਆ ਹੀ ਇਹਨਾਂ ਸਵਾਲਾਂ ਨੂੰ ਅਸੀਂ ਡਿਸਕਸ ਕਰ ਸਕਦੇ ਹਾਂ। ਇਹ ਇੰਦਰਜੀਤ ਸਿੰਘ ਗੋਸਲ ਹੈ ਜਿਸ ਦੇ ਵੱਲੋਂ ਕਾਫਲਾ ਰੋਕਿਆ ਗਿਆ ਦਿਨੇਸ਼ ਪਟਨਾਇਕ ਦਾ। ਕਿ ਵਾਕਿਆ ਹੀ ਦਿਨੇਸ਼ ਪਟਨਾਇਕ ਦੇ ਵੱਲੋਂ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਸਾਜ਼ਿਸ਼ ਰਚੀ ਗਈ ਸੀ ਜੋ ਇਲਜ਼ਾਮ ਨੇ। ਤੁਹਾਨੂੰ ਇਸ ਨੂੰ ਲੈ ਕੇ ਕੀ ਲੱਗਦਾ ਹੈ ਕਿ ਏਜੰਸੀਜ਼ ਇਸੇ ਤਰ੍ਹਾਂ ਦੇਸ਼ੀ ਧਰਤੀ ਤੇ ਕਤਲ ਕਰਵਾ ਰਹੀਆਂ ਨੇ ਉਹਨਾਂ ਲੋਕਾਂ ਦਾ ਜਿਹੜੇ ਕਰਮ ਖਿਆਲੀ ਨੇ ਜਾਂ ਜਿਹੜੇ ਉਸ ਸੋਚ ਦੇ ਨਾਲ ਰਾਬਤਾ ਨਹੀਂ ਰੱਖਦੇ ਜੋ ਸੋਚ ਇਸ ਵਕਤ ਭਾਰਤ ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਕੁਝ ਹੋਇਆ ਉਸ ਦੇ ਨਾਲ ਭਾਰਤ ਤੇ ਕੈਨੇਡਾ ਦੇ ਵਿਚਕਾਰ ਫਾਸਲਾ ਨਹੀਂ ਵਧੇਗਾ ਜਾਂ ਫਿਰ ਇਹਨਾਂ ਚੀਜ਼ਾਂ ਦਾ ਕੋਈ ਅਸਰ ਹੀ
ਦਵੱਲੇ ਸੰਬੰਧਾਂ ਤੇ ਨਹੀਂ ਪੈਣ ਵਾਲਾ ਹੈ ਜਾਂ ਫਿਰ ਵੱਡਾ ਅਸਰ ਪੈ ਸਕਦਾ ਹੈ? ਇਹ ਸਵਾਲ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਲੋਕ ਕੈਨੇਡਾ ਜਾ ਕੇ ਵਸਣਾ ਚਾਹੁੰਦੇ ਨੇ ਅਤੇ ਬਹੁਤ ਸਾਰੇ ਪੰਜਾਬੀ ਉੱਥੇ ਵਸ ਰਹੇ ਨੇ। ਕੀ ਕੈਨੇਡਾ ਦੇ ਵਿੱਚ ਰਹਿਣ ਵਾਲੇ ਸਾਰੇ ਹੀ ਪੰਜਾਬੀ ਖਾਲਿਸਤਾਨ ਹਮਾਇਤੀ ਨੇ? ਕੋਈ ਇਸ ਚੀਜ਼ ਨੂੰ ਜਿਹੜਾ ਹੈ ਸਪੋਜ਼ ਕਰਦੇ ਨੇ ਕਿ ਹਾਂ ਅਸੀਂ ਨਾਲ ਖੜੇ ਹਾਂ ਜਾਂ ਅਸੀਂ ਡਿਸਐਗਰੀ ਹਾਂ। ਇਹ ਚੀਜ਼ਾਂ ਨੇ ਜਿਹੜੀਆਂ ਹਾਲੇ ਤੱਕ ਖੁੱਲ ਕੇ ਕੋਈ ਬੋਲ ਨਹੀਂ ਰਿਹਾ ਹੈ, ਇਸ ਲਈ ਅਸੀਂ ਵਾਰ-ਵਾਰ ਸਵਾਲ ਹੈ ਜਿਹੜੇ ਉਹ ਚੁੱਕ ਰਹੇ ਹਾਂ। ਕੈਨੇਡਾ ਕੱਟੜਵਾਦ ਤੇ ਕੜਵਾਹਟ ਸਾਡਾ ਅੱਜ ਦਾ ਮੁੱਦਾ ਹੈ। ਕੈਨੇਡੀਅਨ ਪੁਲਿਸ ਨੇ ਪ੍ਰਦਰਸ਼ਨਕਾਰੀ ਗੋਸਲ ਨੂੰ ਉੱਥੋਂ ਭੇਜ ਦਿੱਤਾ। ਖਾਲਿਸਤਾਨ ਹਮਾਇਤੀ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਕਾਫਲਾ ਰੋਕਿਆ ਗਿਆ ਸੀ। ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ, ਕਾਫਲਾ ਰੋਕਣ ਦੀਆਂ, ਪ੍ਰਦਰਸ਼ਨ ਕਰਨ ਦੀਆਂ, ਝੰਡਾ ਫਾੜਨ ਦੀਆਂ ਤਸਵੀਰਾਂ। ਰਾਸ਼ਟਰੀ ਝੰਡੇ ਨੂੰ ਫਾੜਿਆ ਗਿਆ, ਅਪਮਾਨ ਕੀਤਾ ਗਿਆ। ਕਿ ਗੋਸਲ ਹੋਣੀ ਆਪਣੀ ਇਸ ਕਾਰਵਾਈ ਵਿੱਚ ਸਹੀ ਨਹੀਂ, ਕਿ ਉਹਨਾਂ ਦੇ ਵੱਲੋਂ ਵਿਰੋਧ ਕਰਨ ਦਾ ਤਰੀਕਾ ਸਹੀ ਸੀ ਜਾਂ ਫਿਰ ਉਹਨਾਂ ਨੂੰ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਸੀ? ਜੇਕਰ ਵਾਕਿਆ ਹੀ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਸੀ ਤਾਂ ਉਹ ਕਿਹੜਾ ਤਰੀਕਾ ਸੀ ਜਿਹੜਾ ਪ੍ਰਦਰਸ਼ਨਕਾਰੀਆਂ ਨੂੰ ਅਪਣਾਉਣਾ ਚਾਹੀਦਾ ਸੀ? ਇਸ ਤੇ ਤੁਸੀਂ ਆਪਣੀ ਰਾਏ ਸਾਡੇ ਨਾਲ ਸ਼ੁਮਾਰ ਜ਼ਰੂਰ ਕਰਿਆ ਕਰੋ, ਕਿਉਂਕਿ ਜੇਕਰ ਤੁਸੀਂ ਰਾਏ ਰੱਖੋਗੇ ਤਦ ਹੀ ਜਾ ਕੇ ਪਤਾ ਚੱਲਦਾ ਹੈ ਕਿ ਅਸਲ ਦੇ ਵਿੱਚ ਜਨਤਾ ਕੀ ਸੋਚਦੀ ਹੈ, ਕਿਉਂਕਿ ਜਨਤਾ ਦੀ ਰਾਏ ਬੇਹੱਦ ਲਾਜ਼ਮੀ ਹੋ ਜਾਇਆ ਕਰਦੀ ਹੈ, ਖਾਸ ਕਰਕੇ ਅਜਿਹੇ ਪੱਖ ਤੋਂ ਜਦੋਂ ਵੱਡੀ ਤਾਦਾਦ ਵਿੱਚ ਪੰਜਾਬੀ ਕੈਨੇਡਾ ਦੀ ਧਰਤੀ ਤੇ ਵਸੇ ਹੋਣ ਔਰ ਲਗਾਤਾਰ ਕੈਨੇਡਾ ਦੀ ਧਰਤੀ ਤੋਂ ਰੈਫਰੈਂਡਮ ਖਾਲਿਸਤਾਨ ਹਮਾਇਤ ਦੀਆਂ ਖਬਰਾਂ ਆ ਰਹੀਆਂ ਹਨ। ਕੈਨੇਡਾ ਅਮਰੀਕਾ ਦੀ ਧਰਤੀ ਤੇ ਇਹ ਵਿਅਕਤੀ ਹੈ ਜਿਹੜਾ 6 ਫॉर ਜਸਟਿਸ ਦੇ ਨਾਲ ਜੁੜਿਆ ਹੋਇਆ ਹੈ, ਜੋ ਕਿ ਖਾਲਿਸਤਾਨ ਹਮਾਇਤੀ ਪਾਰਟੀ ਹੈ ਅਤੇ ਇਸ ਨੂੰ ਚਲਾਉਂਦਾ ਹੈ ਗੁਰਪਤਵੰਤ ਸਿੰਘ ਪੰਨੂ, ਜਿਸ ਵਕਤ ਅਮਰੀਕਾ ਦੇ ਵਿੱਚ ਰਹਿੰਦਾ ਹੈ। ਹਾਲਾਂਕਿ ਉਸ ਨੂੰ ਵੀ ਮਾਰਨ ਦੀ ਸਾਜ਼ਿਸ਼ ਦੀ ਖਬਰ ਸਾਹਮਣੇ ਆਈ ਸੀ, ਪਰ ਉਸ ਸਾਜ਼ਿਸ਼ ਨੂੰ ਅਮਰੀਕਾ ਦੀਆਂ ਏਜੰਸੀਆਂ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਔਰ ਅਵਤਾਰ ਸਿੰਘ ਖੰਡੇ ਦੀ ਡੈਥ ਹੋ ਗਈ, ਹਰਦੀਪ ਸਿੰਘ ਨਿੱਚਰ ਮਾਰਿਆ ਗਿਆ। ਹਾਲਾਂਕਿ ਭਾਰਤ ਇਸ ਕਿਸੇ ਵੀ ਗੱਲ ਤੋਂ ਇਨਕਾਰੀ ਹੈ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਵਿਅਕਤੀ ਦਾ ਕਤਲ ਨਹੀਂ ਕਰਵਾਇਆ ਗਿਆ, ਪਰ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਕਿ ਭਾਰਤੀ ਏਜੰਸੀਆਂ ਉਹਨਾਂ ਦੇ ਦੇਸ਼ ਦੇ ਨਾਗਰਿਕਾਂ ਨੂੰ ਮਾਰ ਰਹੀਆਂ ਨੇ। ਇਹ ਸੁਣਿਆ ਕਿ ਜਸਟਿਨ ਟਰੂਡੋ ਨੇ ਸਖਤੀ ਭਰੇ ਲਹਿਜੇ ਦੇ ਵਿੱਚ ਆਖਿਆ ਸੀ ਕਿ ਭਾਰਤ ਅਜਿਹਾ ਕਰਵਾ ਰਿਹਾ ਹੈ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵਿਦੇਸ਼ੀ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੇ ਹੀ ਨਾਗਰਿਕ ਨੂੰ ਗੋਲੀਆਂ ਮਾਰ ਕੇ ਮਾਰ ਦੇ। ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਤੇ ਫਿਰ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ। ਉਸ ਤੋਂ ਬਾਅਦ ਕਈ ਚੀਜ਼ਾਂ ਬਦਲੀਆਂ। ਹਾਲਾਂਕਿ ਮਾਰਕ ਕਾਰਨੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀਆਂ ਕੁਝ ਮੀਟਿੰਗਸ ਵੀ ਹੋਈਆਂ, ਕੁਝ ਸੰਮੇਲਨਾਂ ਦੇ ਵਿੱਚ ਇਕੱਠੇ ਵੀ ਹੋਏ, ਮਾਰਕ ਕਾਰਨੀ ਆਏ ਵੀ ਭਾਰਤ, ਪਰ ਇਸ ਸਭ ਦਾ ਅਸਰ ਕੀ ਖਾਲਿਸਤਾਨ ਬਣਾਉਣ ਵਾਲੇ ਹਮਾਇਤੀਆਂ ਦੇ ਉੱਪਰ ਪਿਆ ਜਾਂ ਫਿਰ ਖਾਲਿਸਤਾਨ ਬਣਾਉਣ ਵਾਲੇ ਹਮਾਇਤੀਆਂ ਤੇ ਕੋਈ ਵੀ ਅਸਰ ਹੈ ਜਿਹੜਾ ਨਹੀਂ ਪਿਆ? ਕੀ ਕਦੇ ਖਾਲਿਸਤਾਨ ਬਣੇਗਾ? ਇਹ ਸਵਾਲ ਅਸੀਂ ਤੁਹਾਡੇ ਤੋਂ ਕਰ ਰਹੇ ਹਾਂ ਕਿ ਖਾਲਿਸਤਾਨ ਬਣਾਉਣ ਦੀ ਮੰਗ ਕਰਨਾ ਜਾਇਜ਼ ਹੈ? ਕਿ ਜਦੋਂ ਖਾਲਿਸਤਾਨ ਬਣ ਸਕਦਾ ਸੀ ਉਦੋਂ ਕੋਈ ਮੁੱਦਾ ਨਹੀਂ ਸੀ ਵਾਚਿਆ ਜਾ ਸਕਦਾ? ਉਦੋਂ ਸਿੱਖਾਂ ਨੂੰ ਪੁੱਛਿਆ ਗਿਆ ਸੀ ਕਿ ਤੁਹਾਨੂੰ ਵੱਖਰਾ ਦੇਸ਼ ਚਾਹੀਦਾ ਹੈ, ਤੁਸੀਂ ਭਾਰਤ ਨਾਲ ਜਾਣਾ ਹੈ, ਪਾਕਿਸਤਾਨ ਨਾਲ ਜਾਣਾ ਹੈ, ਤਾਂ ਸਾਡੇ ਸਿੱਖ ਲੀਡਰਾਂ ਨੇ ਭਾਰਤ ਨਾਲ ਰਹਿਣਾ ਚੁਣਿਆ ਸੀ। ਜੇਕਰ ਭਾਰਤ ਨਾਲ ਰਹਿਣਾ ਤਦ ਚੁਣ ਲਿਆ ਸੀ ਤਾਂ ਫਿਰ ਹੁਣ ਸਮੱਸਿਆ ਕੀ ਆ ਰਹੀ ਹੈ ਕਿ ਸਿੱਖ ਭਾਰਤ ਦੇ ਵਿੱਚ ਆਜ਼ਾਦ ਨਹੀਂ ਹਨ, ਕਿ ਸਿੱਖ ਆਜ਼ਾਦ ਸੋਚ, ਆਜ਼ਾਦ ਕੌਮ ਨਹੀਂ ਹੈ? ਕਿਉਂ ਵਾਰ-ਵਾਰ ਖਾਲਿਸਤਾਨ ਦੀ ਮੰਗ ਵਿਦੇਸ਼ਾਂ ਦੀ ਧਰਤੀ ਤੋਂ ਉੱਠਦੀ ਹੈ? ਕੀ ਸਿਰਫ ਇਸ ਲਈ ਵਿਦੇਸ਼ਾਂ ਦੀ ਧਰਤੀ ਤੇ ਮੰਗ ਉੱਠਦੀ ਹੈ ਕਿ ਭਾਰਤ ਵਿੱਚ ਇਸ ਦੀ ਗੱਲ ਕਰਨ ਵਾਲੇ ਨੂੰ ਜੇਲ੍ਹ ਜਾਣਾ ਪੈਂਦਾ ਹੈ, ਜੇਲ੍ਹ ਯਾਤਰਾ ਕਰਨੀ ਪੈਂਦੀ ਹੈ? ਕਿ ਵਾਕਿਆ ਹੀ ਕੈਨੇਡਾ ਇੱਕ ਲੋਕਤੰਤਰਿਕ ਦੇਸ਼ ਹੈ ਜਿੱਥੇ ਲੋਕਾਂ ਨੂੰ ਆਪਣੇ ਵਿਚਾਰਾਂ ਦੀ ਆਜ਼ਾਦੀ ਦੀ ਪੂਰੀ ਆਜ਼ਾਦੀ ਹੈ ਤੇ ਤੁਸੀਂ ਆਪਣੀ ਆਜ਼ਾਦੀ ਪ੍ਰਗਟਾ ਸਕਦੇ ਹੋ, ਉੱਥੇ ਕੋਈ ਕਾਰਵਾਈ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੀ। ਦੂਸਰਾ ਸਵਾਲ, ਜਿਸ ਤਰ੍ਹਾਂ ਦੇ ਨਾਲ ਹਾਈ ਕਮਿਸ਼ਨਰ ਨੂੰ ਰੋਕਿਆ ਗਿਆ ਉਸ ਨੂੰ ਤੁਸੀਂ ਕੀ ਮੰਨਦੇ ਹੋ? ਇਹ ਸਿਕਿਉਰਿਟੀ ਲੈਪਸ ਹੈ ਜਾਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਦਾ ਤਰੀਕਾ ਹੈ ਪ੍ਰਦਰਸ਼ਨ ਕਰਨ ਦਾ, ਜੋ ਕੈਨੇਡਾ ਕਹਿੰਦਾ ਹੈ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਫ੍ਰੀडम ਆਫ ਸਪੀਚ ਦੀ ਆਜ਼ਾਦੀ ਦਿੰਦੇ ਹਾਂ, ਫ੍ਰੀडम ਆਫ ਸਪੀਚ ਦਿੰਦੇ ਹਾਂ, ਇਸ ਨੂੰ ਫ੍ਰੀडम ਆਫ ਸਪੀਚ ਮੰਨਿਆ ਜਾਵੇ ਜਾਂ ਫਿਰ ਹਾਈ ਕਮਿਸ਼ਨਰ ਦੇ ਸਿਕਿਉਰਿਟੀ ਦੇ ਵਿੱਚ ਲੈਪਸ ਮੰਨਿਆ ਜਾ ਸਕਦਾ ਹੈ? ਤੁਸੀਂ ਇਸ ਸਭ ਨੂੰ ਕੀ ਸੋਚਦੇ ਹੋ? ਅਗਲੇ ਸਵਾਲ ਨੇ ਕਿ ਗੋਸਲ ਸਹੀ ਹੈ, ਉਸਦੇ ਵੱਲੋਂ ਜੋ ਇਲਜ਼ਾਮ ਲਾਏ ਗਏ ਨੇ, ਜਾਂ ਫਿਰ ਦਿਨੇਸ਼ ਪਟਨਾਇਕ ਸਹੀ? ਅਗਲਾ ਸਵਾਲ ਵੀ ਬਹੁਤ ਜਾਇਜ਼ ਹੈ ਕਿ ਅਜਿਹਾ ਕਰਨ ਨਾਲ ਖਾਲਿਸਤਾਨ ਮਿਲ ਜਾਏਗਾ ਜਾਂ ਫਿਰ ਨਹੀਂ ਮਿਲੇਗਾ? ਕਿ ਖਾਲਿਸਤਾਨ ਦੀ ਮੰਗ ਜਾਇਜ਼ ਹੈ? ਅਗਲਾ ਸਵਾਲ, ਕੀ ਇਹ ਮੰਗ ਕਦੇ ਪੂਰੀ ਹੋ ਸਕਦੀ ਹੈ? ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ
ਕਿ ਉਦੋਂ ਖਾਲਿਸਤਾਨ ਬਣਨਾ ਚਾਹੀਦਾ ਸੀ, ਜਿਹੜਾ ਨਹੀਂ ਬਣਿਆ। ਸਾਡੇ ਸਿੱਖ ਆਗੂਆਂ ਨੇ ਭਾਰਤ ਨਾਲ ਰਹਿਣਾ ਚੂਜ਼ ਕੀਤਾ, ਕਿ ਉਹ ਫੈਸਲਾ ਗਲਤ ਸੀ? ਇਹ ਸਾਡੇ ਸਵਾਲ ਨੇ। ਤਾਂ ਕਿ ਅਗਲਾ ਸਵਾਲ ਇਹ ਵੀ ਹੈ ਕਿ ਕੈਨੇਡਾ ਅਤੇ ਭਾਰਤ ਦੇ ਵਿੱਚ ਕੜਤਨ ਹੈ ਜਿਹੜੀ ਰਿਸ਼ਤਿਆਂ ਚ ਆਈ ਹੈ, ਉਹ ਏਦਾਂ ਹੀ ਰਹੇਗੀ ਜਿਵੇਂ ਕੜਤਨ ਕਦੇ ਖਤਮ ਨਹੀਂ ਹੋਏਗੀ, ਇਹ ਕੜਵਾਹਟ ਕਦੇ ਖਤਮ ਵੀ ਹੋਏਗੀ, ਜਾਂ ਫਿਰ ਇਹ ਕੜਵਾਹਟ ਕਦੇ ਵੀ ਖਤਮ ਨਹੀਂ ਹੋਏਗੀ। ਇਸੇ ਤਰ੍ਹਾਂ ਲੋਕ ਸੜਕਾਂ ਤੇ ਪ੍ਰਦਰਸ਼ਨ ਕਰਦੇ ਰਹਿਣਗੇ। ਅਗਲਾ ਸਵਾਲ, ਜਿਸ ਤਰ੍ਹਾਂ ਦੇ ਇਲਜ਼ਾਮ ਇੰਦਰਜੀਤ ਸਿੰਘ ਗੋਸਲ ਨੇ ਲਾਏ ਨੇ, ਉਹਨਾਂ ਇਲਜ਼ਾਮਾਂ ਦੇ ਵਿੱਚ ਤੁਹਾਨੂੰ ਕਿੰਨਾ ਕੁ ਦਮ ਲੱਗਦਾ ਹੈ ਕਿ ਵਾਕਿਆ ਹੀ ਦਿਨੇਸ਼ ਪਟਨਾਇਕ ਦੇ ਵੱਲੋਂ ਇੰਦਰਜੀਤ ਸਿੰਘ ਗੋਸਲ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਸਦੇ ਕਤਲ ਦੀ ਕੋਸ਼ਿਸ਼ ਕੀਤੀ ਗਈ, ਕਿ ਵਾਕਿਆ ਹੀ ਦਿਨੇਸ਼ ਪਟਨਾਇਕ ਦੇ ਵੱਲੋਂ $50,000 ਕਿਸੇ ਨੂੰ ਦੇ ਕੇ ਉਸਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ? ਇਹ ਸਾਡਾ ਸਵਾਲ ਹੈ ਕਿ ਪਹਿਲਾਂ ਜਿਹੜੇ ਕਤਲ ਹੋਏ, ਕੀ ਤੁਹਾਨੂੰ ਲੱਗਦਾ ਹੈ ਕਿ ਵਾਕਈ ਉਸਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ, ਜਾਂ ਫਿਰ ਕੈਨੇਡਾ ਝੂਠ ਬੋਲ ਰਿਹਾ ਹੈ? ਤੁਹਾਨੂੰ ਸਭ ਨੂੰ ਲੱਗੇ ਕੀ ਲੱਗਦਾ ਹੈ? ਔਰ ਜਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ, ਕੀ ਇਹ ਤਰੀਕਾ ਸਹੀ ਹੈ ਜਾਂ ਫਿਰ ਇਹ ਤਰੀਕਾ ਗਲਤ ਹੈ? ਫਿਲਹਾਲ ਇੱਕ ਛੋਟੇ ਜਵਾਬ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਜੀ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਲਾਈਵ ਹੈ, ਸਾਡੇ ਨੰਬਰ ਤੁਹਾਡੀ ਜੀਵੀ ਸਕਰੀਨ ਦੇ ਉੱਪਰ ਇਸ ਵਕਤ ਫਲੈਸ਼ ਹੋ ਰਹੇ ਨੇ। ਫੋਨ ਚੁੱਕੋ, ਇਹ ਨੰਬਰ ਡਾਇਲ ਕਰੋ ਤੇ ਆਪਣੀ ਰਾਏ ਦਿਓ। ਮੁੱਦੇ ਤੇ ਵਾਪਸ ਆਵਾਂਗੇ। ਅੱਜ ਦਾ ਮੁੱਦਾ ਹੈ ਕੈਨੇਡਾ, ਕੁੜੱਤਨ ਅਤੇ ਕੱਟੜਵਾਦ ਦੇ ਨਾਲ ਜੁੜਿਆ ਹੋਇਆ। ਕਿਸੇ ਦੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਕੈਨੇਡਾ ਵਿਜ਼ਿਟ ਤੇ ਜਦੋਂ ਉਹ ਸਰਕਾਰੀ ਰਿਹਾਇਸ਼ ਦੇ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੁਝ ਖਾਲਿਸਤਾਨ ਸਿਪਾਹੀ, ਖਾਸ ਕਰਕੇ ਇੰਦਰਜੀਤ ਸਿੰਘ ਗੋਸਲ ਨੇ ਆਪਣੇ ਸਮਰਥਕਾਂ ਦੇ ਸਣੇ ਰੋਸ ਪ੍ਰਦਰਸ਼ਨ ਕੀਤਾ। ਜਿੱਥੋਂ ਉਹਨਾਂ ਦਾ ਕਾਫਲਾ ਲੰਘਣਾ ਸੀ, ਉੱਥੇ ਇੰਦਰਜੀਤ ਸਿੰਘ ਗੋਸਲ ਗੱਡੀ ਦੇ ਸਾਹਮਣੇ ਆ ਕੇ ਆਪਣੇ ਸਮਰਥਕਾਂ ਦੇ ਨਾਲ ਉਸਨੇ ਪ੍ਰਦਰਸ਼ਨ ਕੀਤਾ, ਗੱਡੀ ਨੂੰ ਰੋਕਿਆ ਅਤੇ ਭਾਰਤੀ ਝੰਡੇ ਤਿਰੰਗੇ ਨੂੰ ਫਾੜ ਦਿੱਤਾ, ਉਸਨੂੰ ਪੈਰਾਂ ਹੇਠਾਂ ਮੱਤਣ ਦੀ ਕੋਸ਼ਿਸ਼ ਕੀਤੀ। ਫਿਰ ਪੁਲਿਸ ਆਈ ਅਤੇ ਉੱਥੋਂ ਉਹਨਾਂ ਨੂੰ ਭੇਜ ਦਿੱਤਾ। ਹਾਲਾਂਕਿ ਭਾਰਤ ਵਾਪਸ ਜਾਓ ਜਾਂ ਭਾਰਤ ਦੇ ਗੁੰਡੇ ਵਰਗੇ ਸ਼ਬਦ ਦਿਨੇਸ਼ ਪਟਨਾਇਕ ਦੇ ਲਈ ਯੂਜ਼ ਕੀਤੇ ਗਏ। ਅਸੀਂ ਵੀਡੀਓ ਸੋਸ਼ਲ ਮੀਡੀਆ ਤੇ ਮਿਲਣਾ ਚਾਹੀਏ। ਇਹ 26 ਤਰੀਕ ਦੀ ਹੈ, ਮਤਲਬ ਜਦੋਂ ਦਿਨੇਸ਼ ਪਟਨਾਇਕ ਕੈਨੇਡਾ ਆਏ ਸੀ। ਹੁਣ ਇਸ ਤੋਂ ਬਾਅਦ ਜੋ ਕੁਝ ਵੀ ਕੈਨੇਡਾ ਧਰਤੀ ਤੇ ਹੋਇਆ, ਉਸ ਤੋਂ ਬਾਅਦ ਸਿਆਸਤ ਪੱਖ ਤੇ ਭਾਰਤ ਵਿੱਚ ਇਸ ਨੂੰ ਕਈ ਤਰ੍ਹਾਂ ਦੇ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ। ਕੁਝ ਕਹਿ ਰਹੇ ਨੇ ਕਿ ਖਾਲਿਸਤਾਨ ਹਮਾਇਤੀਆਂ ਨੇ ਗਲਤ ਕੀਤਾ, ਕਈ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਸਿਰਫ ਪ੍ਰਦਰਸ਼ਨ ਕੀਤਾ, ਕੁਝ ਗਲਤ ਨਹੀਂ ਕੀਤਾ। ਕੈਨੇਡਾ ਦਾ ਪ੍ਰਦਰਸ਼ਨ ਕਰਦੀ ਆਜ਼ਾਦੀ ਦਿੰਦਾ ਹੈ, ਤਾਂ ਤੁਸੀਂ ਸਭ ਨੂੰ ਕਿਵੇਂ ਦੇਖਦੇ ਕਿ ਕੈਨੇਡਾ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦਿੰਦਾ ਹੈ? ਤਾਂ ਇਸ ਤਰ੍ਹਾਂ ਦੇ ਨਾਲ ਕਿਸੇ ਹਾਈ ਕਮਿਸ਼ਨਰ ਨੂੰ ਰੋਕਣਾ ਕੀ ਸਹੀ ਹੈ ਕਿ ਉਸਨੂੰ ਸਿਕਿਉਰਿਟੀ ਦੇ ਵਿੱਚ ਨਹੀਂ ਮੰਨਿਆ ਜਾਏਗਾ, ਲੈਪਸ ਨਹੀਂ ਮੰਨਿਆ ਜਾਏਗਾ? ਗੋਸਲ ਸਾਹਿਬ ਕਹਿੰਦੇ ਨੇ ਕਿ ਦਿਨੇਸ਼ ਪਟਨਾਇਕ ਨੇ ਕਿਰਾਏ ਤੇ ਬੰਦਾ ਲਿਆ ਅਤੇ ਉਹਨਾਂ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਤੁਸੀਂ ਦੱਸੋ। ਜੇਕਰ ਸਬੂਤ ਹਨ ਤਾਂ ਕੈਨੇਡੀਅਨ ਅਦਾਲਤ ਜਾਂ ਪੁਲਿਸ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਿਉਂ ਨਹੀਂ ਕਰ ਪਾਏ? ਇਹ ਵੀ ਸਵਾਲ ਹੈ। ਤਾਂ ਤੁਸੀਂ ਫਿਰ ਪੁਲਿਸ ਦੇ ਕੋਲ ਕਿਉਂ ਨਹੀਂ ਗਏ, ਕੈਨੇਡਾ ਦੀ ਪੁਲਿਸ ਦੇ ਕੋਲ ਜਾਂ ਫਿਰ ਅਦਾਲਤ ਵਿੱਚ, ਤੇ ਤੁਸੀਂ ਸ਼ਿਕਾਇਤ ਦਰਜ ਕਿਉਂ ਨਹੀਂ? ਸਿਰਫ ਇਲਜ਼ਾਮ ਲਾ ਦੇ ਨਾਲ ਕੀ ਚੀਜ਼ਾਂ ਸੱਚ ਹੋ ਜਾਂਦੀਆਂ? ਸਵਾਲ ਇਹ ਵੀ ਹੈ। ਸਵਾਲ ਕਈ ਹੋਰ ਵੀ ਖੜੇ ਹੁੰਦੇ ਨੇ। ਕੈਨੇਡਾ ਦਾ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਪ੍ਰਦਰਸ਼ਨ ਦਾ ਅਧਿਕਾਰ ਦਿੰਦਾ ਹੈ, ਪਰ ਜਦੋਂ ਤੁਸੀਂ ਪੁਲਿਸ ਦਾ ਸੁਰੱਖਿਆ ਘੇਰਾ ਤੋੜਦੇ ਹੋ ਤੇ ਇੱਕ ਹਾਈ ਕਮਿਸ਼ਨਰ ਦੇ ਕਾਫਲੇ ਨੂੰ ਰੋਕਦੇ ਹੋ, ਤਾਂ ਕੀ ਤੁਸੀਂ ਕੈਨੇਡਾ ਸਰਕਾਰ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਰਹੇ ਹੋ? ਕਿ ਇਹ ਕਾਰਵਾਈ ਪ੍ਰਦਰਸ਼ਨ ਦੀ ਹੱਦ ਪਾਰ ਕਰਕੇ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਵਰਗੀ ਨਹੀਂ ਹੈ? ਕਿ ਤੁਸੀਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲਿਆ? ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਭਾਰਤੀ ਤਿਰੰਗੇ ਝੰਡੇ ਨੂੰ ਪਾੜਿਆ ਗਿਆ ਤੇ ਪੈਰਾਂ ਹੇਠ ਮਿੱਧਣ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਵੀ ਦੇਸ਼ ਦੇ ਰਾਸ਼ਟਰੀ ਪ੍ਰਤੀਕ ਝੰਡੇ ਦਾ ਇਸ ਤਰ੍ਹਾਂ ਦਾ ਅਪਮਾਨ ਕਰਨਾ ਦੁਨੀਆ ਭਰ ਦੇ ਵਿੱਚ ਵਸਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕਿ ਅਜਿਹੀਆਂ ਹਰਕਤਾਂ ਨਾਲ ਤੁਹਾਡਾ ਪ੍ਰਦਰਸ਼ਨ ਸ਼ਾਂਤਮਈ ਅਤੇ ਲੋਕਤੰਤਰਿਕ ਅਪਣਾਉਣ ਦੇ ਲਾਇਕ ਰਹਿੰਦਾ ਹੈ? ਇਹ ਸਵਾਲ ਖੜੇ ਹੁੰਦੇ ਤਾਂ ਕਿ ਵਾਕਿਆ ਹੀ ਇਸ ਸਵਾਲ ਨੇ ਕੈਨੇਡਾ ਤੇ ਕਿਸੇ ਨਾਲ ਅੰਤਰਰਾਸ਼ਟਰੀ ਦਬਾਅ ਨਹੀਂ ਪੈ ਰਿਹਾ। ਭਾਰਤ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਕੈਨੇਡਾ ਅੰਤਰਰਾਸ਼ਟਰੀ ਪੱਧਰ ਤੇ ਤੈਨਾਤ ਡਿਪਲੋਮੈਟਸ ਨੂੰ ਸੁਰੱਖਿਆ ਦੇਣ ਦੇ ਵਿੱਚ ਫੇਲ ਸਾਬਤ ਹੋ ਰਿਹਾ ਹੈ। ਕਿ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੀਆਂ ਹਿੰਸਕ ਕਾਰਵਾਈਆਂ ਕਾਰਨ ਖੁਦ ਕੈਨੇਡਾ ਸਰਕਾਰ ਤੇ ਕੌਮਾਂਤਰੀ ਦਬਾਅ ਵਧ ਰਿਹਾ ਹੈ ਅਤੇ ਇਸ ਨਾਲ ਕੈਨੇਡਾ ਦੇ ਦੂਜੇ ਦੇਸ਼ਾਂ ਨਾਲ ਸੰਬੰਧ ਵੀ ਖਰਾਬ ਹੋ ਸਕਦੇ ਨੇ? ਕਿ ਵਾਕਈ ਹੀ ਤੁਹਾਨੂੰ ਅਜਿਹਾ ਨਹੀਂ ਲੱਗਦਾ ਹੈ ਜਾਂ ਫਿਰ ਅਜਿਹਾ ਲੱਗਦਾ ਹੈ? ਏਜੰਡਾ ਹੈ ਖਾਲਿਸਤਾਨ ਤਿਰੰਗੇ ਦਾ
क्यों अपमान? ਇਹ ਸਵਾਲ ਹੈ। ਠੀਕ ਹੈ, ਤੁਹਾਡਾ ਏਜੰਡਾ ਖਾਲਿਸਤਾਨ ਹੈ, ਪਰ ਤੁਸੀਂ ਤਿਰੰਗੇ ਦਾ ਅਪਮਾਨ ਕਿਉਂ ਕੀਤਾ? ਇਹ ਸਵਾਲ ਖੜਾ ਹੁੰਦਾ ਹੈ। ਇਹ ਉਹ ਗੱਡੀਆਂ ਨੇ ਜਿਸ ਦੇ ਵਿੱਚ ਦਿਨੇਸ਼ ਪਟਨਾਇਕ ਸਨ, ਜਿਨ੍ਹਾਂ ਦੀ ਗੱਡੀ ਨੂੰ ਰੋਕਿਆ ਗਿਆ, ਭਾਰਤੀ ਝੰਡਾ ਫਾੜਿਆ ਗਿਆ, ਉਸਨੂੰ ਸਿੱਟ ਕੇ ਪੈਰਾਂ ਹੇਠ ਨਿਕਲਣ ਦੀ ਕੋਸ਼ਿਸ਼ ਕੀਤੀ ਗਈ। ਕਈ ਤਰ੍ਹਾਂ ਦੇ ਨਾਅਰੇ ਨੇ ਜਿਹੜੇ ਉਹ ਲਾਏ ਗਏ ਕਿ ਤੁਸੀਂ ਵਾਪਸ ਚਲੇ ਜਾਓ, ਇੱਥੇ ਕਿਉਂ ਆਏ? ਇਹ ਸਵਾਲ ਤੁਸੀਂ ਦੇਖ ਪਾ ਰਹੇ ਹੋ। ਤਾਂ ਇਹ ਸਵਾਲ ਹੈ ਜਿਹੜੇ ਬਣਦੇ ਨੇ, ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰੋਸ ਪ੍ਰਦਰਸ਼ਨ ਕੈਨੇਡਾ ਦੀਆਂ ਸੜਕਾਂ ਤੇ ਕੀਤਾ। ਹੁਣ ਸਹੀ ਕੌਣ ਹੈ, ਗਲਤ ਕੌਣ ਹੈ, ਲਗਾਤਾਰ ਅਸੀਂ ਇਹ ਸਵਾਲ ਕਰ ਕਿ ਵਾਕਿਆ ਹੀ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਜੋ ਪ੍ਰਦਰਸ਼ਨ ਦਾ ਰਾਹ ਚੁਣਿਆ ਗਿਆ ਉਹ ਸਹੀ ਹੈ, ਜਾਂ ਫਿਰ ਪ੍ਰਦਰਸ਼ਨ ਦਾ ਕੋਈ ਹੋਰ ਰਾਸਤਾ ਹੋਣਾ ਚਾਹੀਦਾ ਸੀ। ਕੀ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਪ੍ਰਦਰਸ਼ਨ ਦਾ ਜੋ ਰਸਤਾ ਚੁਣਿਆ ਗਿਆ ਉਹ ਗਲਤ ਹੈ? ਜੇਕਰ ਇਹ ਰਾਸਤਾ ਗਲਤ ਹੈ ਤਾਂ ਫਿਰ ਪ੍ਰਦਰਸ਼ਨ ਕਿਸ ਤਰ੍ਹਾਂ ਦਾ? ਕੀ ਵਾਕਿਆ ਹੀ ਦਿਨੇਸ਼ ਪਟਨਾਇਕ ਦੇ ਵੱਲੋਂ ਉਸਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਇੰਦਰਜੀਤ ਸਿੰਘ ਗੋਸਲ ਕਹਿ ਰਹੇ? ਕਿ ਦਿਨੇਸ਼ ਪਟਨਾਇਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਤੇ ਸਾਜ਼ਿਸ਼ ਘੜਨ ਵਾਲਿਆਂ ਦੇ ਵਿੱਚ ਸ਼ਾਮਲ ਨੇ, ਜਾਂ ਫਿਰ ਉਹਨਾਂ ਤੇ ਮਹਿਜ਼ ਇਲਜ਼ਾਮ? ਉਹ ਵਿਅਕਤੀ ਕੌਣ ਹੈ ਜਿਸ ਨੂੰ ਕਿਰਾਏ ਤੇ ਖਰੀਦਿਆ ਗਿਆ? ਸਵਾਲ ਇਹ ਹੈ। ਇੰਦਰਜੀਤ ਸਿੰਘ ਗੋਸਲ ਦੇ ਕੋਲ ਜੇਕਰ ਕੋਈ ਸਬੂਤ ਨੇ ਤਾਂ ਸਬੂਤ ਸਾਹਮਣੇ ਕਿਉਂ ਨਹੀਂ ਰੱਖੇ? ਤਾਂ ਉਹਨਾਂ ਨੇ ਸਬੂਤ ਕੈਨੇਡਾ ਦੀ ਸਰਕਾਰ, ਕੈਨੇਡੀਅਨ ਪੁਲਿਸ ਅਤੇ ਕੈਨੇਡੀਅਨ ਅਦਾਲਤ ਵਿੱਚ ਕਿਉਂ ਨਹੀਂ ਰੱਖੇ? ਕਿਉਂ ਉਹ ਚੁੱਪ ਕਰਕੇ ਬੈਠੇ? ਜਾਂ ਫਿਰ ਉਹਨਾਂ ਨੂੰ ਪੂਰੀ ਜਾਣਕਾਰੀ ਹੈ ਪਰ ਇਸ ਮੁਤਲਕ ਸਬੂਤ ਉਹਨਾਂ ਦੇ ਕੋਲ ਨਹੀਂ ਹੈ, ਸਬੂਤਾਂ ਦੀ ਘਾਟ ਹੈ। ਇਸ ਲਈ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਆਪਣਾ ਵਿਦਰੋਹ ਪ੍ਰਗਟ ਕੀਤਾ ਕਿ ਇਸ ਨੂੰ ਸਾਇਲੈਂਟ ਪ੍ਰੋਟੈਸਟ ਵੀ ਆਖਿਆ ਜਾ ਸਕਦਾ ਹੈ, ਵਿਦਰੋਹ ਆਖਿਆ ਜਾ ਸਕਦਾ ਹੈ। ਇਹ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਇਸ ਤਰ੍ਹਾਂ ਦੇ ਨਾਲ ਵਿਦਰੋਹ ਹੈ ਜਿਹੜਾ ਉਹ ਕੀਤਾ ਗਿਆ, ਉਹਨਾਂ ਦੀ ਗੱਡੀ ਨੂੰ ਰੋਕਿਆ ਗਿਆ, ਰੋਸ ਪ੍ਰਦਰਸ਼ਨ ਕੀਤਾ ਗਿਆ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਤੇ ਉਸ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਵੱਲੋਂ ਸਾਂਝੇ ਕੀਤੇ ਗਏ ਇਨਪੁਟਸ ਤੋਂ ਬਾਅਦ ਖਾਲਿਸਤਾਨੀ ਕਾਰਕੁਨ ਆਪਣੀ ਜਾਨ ਨੂੰ ਲੈ ਕੇ ਚਿੰਤਤ ਨੇ। ਗੋਸਲ ਦਾ ਦਾਅਵਾ ਹੈ ਕਿ ਉਸਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਜਿਹੇ ਗੰਭੀਰ ਮਾਹੌਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅਤੇ ਖਦਸ਼ਿਆਂ ਨੂੰ ਪੂਰੀ ਤਰ੍ਹਾਂ ਨਕਾਰਿਆ ਜਾ ਸਕਦਾ ਹੈ। ਜਾਨ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਦੇ ਵਿੱਚ ਕੋਈ ਸੱਚਾਈ ਹੈ, ਕਿਉਂਕਿ ਜਿਵੇਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਜਾਂ ਕੁਝ ਹੋਰ ਕਤਲਾਂ ਦੇ ਸਾਜ਼ਿਸ਼ਾਂ ਦੀਆਂ ਖਬਰਾਂ ਸਾਹਮਣੇ ਆਈਆਂ, ਜਿਸ ਤਰ੍ਹਾਂ ਦੇ ਇਨਪੁਟਸ ਕੈਨੇਡਾ ਤੇ ਅਮਰੀਕਾ ਦੇ ਵੱਲੋਂ ਦਿੱਤੇ ਗਏ, ਇਸ ਤੋਂ ਬਾਅਦ ਖਾਲਿਸਤਾਨ ਹਮਾਇਤੀ ਕੈਨੇਡਾ ਦੀ ਧਰਤੀ ਤੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ ਕਿ ਜਿਹੜੀਆਂ ਚਿੰਤਾਵਾਂ ਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਹੈ। ਕਿ ਵਾਕਿਆ ਹੀ ਗੋਸਲ ਨੂੰ ਨਿਸ਼ਾਨਾ ਬਣਾਉਣ ਦੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਫਿਰ ਗੋਸਲ ਦੇ ਕੋਲ ਕੋਈ ਸਬੂਤ ਨਹੀਂ ਹੈ, ਬਸ ਜਾਣਕਾਰੀ ਹੈ, ਔਰ ਇਸੇ ਜਾਣਕਾਰੀ ਦੇ ਭਾਵ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਰੋਸ ਹੈ ਜਿਹੜਾ ਪ੍ਰਗਟਾਇਆ ਗਿਆ, ਕਿਸ ਤਰ੍ਹਾਂ ਇਹ ਲੋਕ ਗੱਡੀ ਦੇ ਸਾਹਮਣੇ ਆਏ ਝੰਡਾ ਲੈ ਕੇ, ਬਾਅਦ ਵਿੱਚ ਇਹਨਾਂ ਨੇ ਝੰਡਾ ਫਾੜ ਦਿੱਤਾ ਅਤੇ ਰੋਸ ਪ੍ਰਗਟਾਇਆ। ਫਿਰ ਪੁਲਿਸ ਆਈ, ਉਹਨਾਂ ਨੇ ਇਹਨਾਂ ਨੂੰ ਪਾਸੇ ਕੀਤਾ ਤੇ ਹਾਈ ਕਮਿਸ਼ਨਰ ਦੀ ਗੱਡੀ ਨੂੰ ਅੱਗੇ ਜਾਣ ਦਿੱਤਾ ਕਿ ਉਹਨਾਂ ਨੂੰ ਕੀ ਜਾਣ ਦਿੱਤਾ ਜਾਵੇ, ਉਹਨਾਂ ਨੇ ਅੱਗੇ ਜਾਣ। ਉਸ ਤੋਂ ਬਾਅਦ ਹਾਈ ਕਮਿਸ਼ਨਰ ਦੇ ਵੱਲੋਂ ਇੱਕ ਇੰਟਰਵਿਊ ਵੀ ਕੈਨੇਡਾ ਦੇ ਵਿੱਚ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹ ਹੁਣ ਵੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਜਿਹੜੇ ਕਤਲ ਕੈਨੇਡਾ ਦੇ ਵਿੱਚ ਕੋਈ ਨਹੀਂ, ਹਰਦੀਪ ਸਿੰਘ ਨਿੱਜਰ ਵਰਗਿਆਂ ਦੇ, ਉਸ ਦੇ ਵਿੱਚ ਭਾਰਤ ਦਾ ਕੋਈ ਹੱਥ ਨਹੀਂ ਹੈ, ਭਾਰਤ ਦਾ ਕੋਈ ਵੀ ਲੈਣਾ ਦੇਣਾ ਅਜਿਹੇ ਲੋਕਾਂ ਦੇ ਨਾਲ ਨਹੀਂ ਹੈ, ਨਾ ਹੀ ਭਾਰਤ ਵੱਲੋਂ ਅਜਿਹੇ ਕਤਲ ਕਰਵਾਏ ਗਏ ਨੇ। ਪਰ ਜਿਸ ਤਰ੍ਹਾਂ ਦੀਆਂ ਇਨਪੁਟਸ ਕੈਨੇਡਾ ਤੇ ਅਮਰੀਕਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ, ਉਸ ਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਸੀ ਕਿ ਭਾਰਤੀ ਏਜੰਸੀਆਂ ਨੇ ਉਹਨਾਂ ਦੇ ਦੇਸ਼ ਦੇ ਵਿੱਚ ਆ ਕੇ ਉਹਨਾਂ ਨਾਗਰਿਕਾਂ ਨੂੰ ਮਾਰ ਦਿੱਤਾ ਹੈ, ਔਰ ਕੈਨੇਡਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਹ ਤਸਵੀਰਾਂ ਕਈ ਵੱਖ-ਵੱਖ ਪ੍ਰਦਰਸ਼ਨਾਂ ਦੀਆਂ, ਤਾਂ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਖਾਲਿਸਤਾਨੀ ਹਮਾਇਤੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਦਫਾ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ। ਤਾਂ ਤੁਸੀਂ ਆਪਣਾ ਸਵਾਲ ਖੜਾ ਕਰ ਸਕਦੇ ਹੋ, ਤੁਸੀਂ ਵੀ ਆਪਣਾ ਕੁਐਸਚਨ ਰੇਜ਼ ਕਰ ਸਕਦੇ ਹੋ, ਤੁਸੀਂ ਕੋਈ ਜਾਣਕਾਰੀ ਹਾਸਿਲ ਕਰਨੀ ਹੋਵੇ ਪ੍ਰੋਗਰਾਮ ਦੇ ਵਿੱਚ ਫੋਨ ਕਰ ਸਕਦੇ ਹੋ, ਤਾਂ ਕਿ ਵਾਕਿਆ ਹੀ ਇੱਕ ਕੁੜੱਤਣ ਹੈ ਜਿਹੜੀ ਹੋਰ ਵਧੇਗੀ, ਰਿਸ਼ਤਿਆਂ ਦੇ ਵਿੱਚ ਜਿਹੜੀ ਕੜਵਾਹਟ ਆਈ ਹੈ, ਜਿਹੜਾ ਵੰਡ ਪਿਆ ਹੈ ਹੋਰ ਡੂੰਘਾ ਹੋਏਗਾ, ਜਾਂ ਫਿਰ ਕੈਨੇਡਾ ਅਤੇ ਭਾਰਤ ਦਾ ਰਿਸ਼ਤਾ ਕਦੇ ਸੁਧਰੇਗਾ, ਜਾਂ ਫਿਰ ਇਹ ਸਮੇਂ ਦੇ ਨਾਲ ਹੋਰ ਖਰਾਬ ਹੋ ਜਾਏਗਾ। ਕਿ ਜੋ ਕੁਝ ਵੀ ਕੈਨੇਡਾ ਦੇ ਵਿੱਚ ਹੋਇਆ, ਸਭ ਦਾ ਅਸਰ ਉਹਨਾਂ ਲੋਕਾਂ ਤੇ ਨਹੀਂ ਪਏਗਾ ਜਿਨ੍ਹਾਂ ਦਾ ਇਸ ਸਭ ਦੇ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਹੈ। ਕਿ ਉਹਨਾਂ ਲੋਕਾਂ ਨੂੰ ਵੀ ਇਸੇ ਨਜ਼ਰੀਏ ਦੇ ਨਾਲ ਨਹੀਂ ਦੇਖਿਆ ਜਾਏਗਾ ਕਿ ਇਹ ਵੀ ਖਾਲਿਸਤਾਨ ਹਮਾਇਤੀ ਨਹੀਂ, ਕਿ ਉਹਨਾਂ ਲੋਕਾਂ ਨੂੰ ਵੀ ਉਸੇ ਨਜ਼ਰੀਏ ਨਾਲ ਦੇਖਿਆ ਜਾਵੇਗਾ ਕਿ ਮਾਈਨੋਰਟੀਜ਼ ਦੇ ਵਿੱਚ ਨੇ, ਇਹਨਾਂ ਦੇ ਨਾਲ ਤਸ਼ੱਦਦ ਭਾਰਤ ਅੰਦਰ ਹੁੰਦਾ ਹੈ, ਜਿਸ ਤਰ੍ਹਾਂ ਦਾ ਇਲਜ਼ਾਮ ਖਾਲਿਸਤਾਨ ਹਮਾਇਤੀ ਅਕਸਰ ਲਾਉਂਦੇ। ਕਿ ਵਾਕਈ ਹੀ ਖਾਲਿਸਤਾਨ ਕਦੇ ਬਣ ਸਕਦਾ ਹੈ, ਕਿ ਖਾਲਿਸਤਾਨ ਬਣਾਉਣ ਦੀ ਮੰਗ ਕਦੇ ਪੂਰੀ ਹੋ ਸਕਦੀ ਹੈ,
ਜਾਂ ਫਿਰ ਇਹ ਮੰਗ ਕਦੇ ਕੋਈ ਹੋ ਹੀ ਨਹੀਂ ਸਕਦੀ, ਜਾਂ ਫਿਰ ਇਹ ਮੰਗ ਜਾਇਜ਼ ਹੈ ਹੀ ਨਹੀਂ ਹੈ, ਇਹ ਮੰਗ ਨਾਜਾਇਜ਼ ਹੈ ਕਿ ਕਦੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਖਾਲਿਸਤਾਨ ਵਿੱਚ ਜੇਕਰ ਬਣ ਜਾਂਦਾ ਹੈ ਤਾਂ ਰੋਡ ਮੈਪ ਕੀ ਹੈ, ਬਲੂਪ੍ਰਿੰਟ ਕੀ ਹੈ, ਖਾਲਿਸਤਾਨ ਦੇ ਕੋਲ ਕੀ ਹੈ। ਇਹ ਵਾਕਿਆ ਹੀ ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ। ਹੈਲੋ 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 ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਕੌਣ ਬੋਲ ਰਹੇ ਹੋ ਜੀ ਤੇ ਤੁਸੀਂ ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਪੂਰੇ ਮੁੱਦੇ ਤੇ, ਤੁਹਾਡੀ ਕੀ ਰਾਏ ਹੈ ਜੀ? ਹਾਂਜੀ ਸਵਾਲ ਪੁੱਛ ਰਹੇ ਸੀ ਵੀ ਇਹ ਮਤਲਬ ਵੀ ਇਹ ਕੰਮ ਜਿਹੜਾ ਮੁੱਦਾ ਵਾ ਖਾਲਿਸਤਾਨ ਦਾ, ਇਹ 47 ਚ ਹੱਲ ਹੋਣਾ ਚਾਹੀਦਾ ਸੀ, ਕਿਉਂ ਨਹੀਂ ਹੋਇਆ, ਕਿਉਂ ਨਹੀਂ ਹੋਇਆ? ਉਹ ਜੇ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਸਿੱਖ ਲੀਡਰਸ਼ਿਪ ਦੀ ਬੇਵਕੂਫੀ ਬਲੰਡਰ ਕੀਤੇ ਉਹਨਾਂ ਨੇ, ਇਹ ਉਦੋਂ ਹੱਲ ਨਹੀਂ ਕੀਤਾ, ਹਾਲਾਂਕਿ ਉਦੋਂ ਮਿਲਦਾ ਸੀ। ਦੂਜੀ ਗੱਲ, ਜਦੋਂ ਇਹਨਾਂ ਨੂੰ ਕਹਿੰਦੇ ਸੀਗੇ ਅੰਗਰੇਜ਼ ਵੀ ਲੈ ਲਓ, ਜਾਂ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ ਜਾਂ ਵੱਖਰਾ ਲੈ ਲਓ, ਇਹ ਉਦੋਂ ਭੱਜ ਕੇ ਇਸ ਗੱਲੋਂ ਹੁਣ ਕਹਿੰਦੇ ਨਹੀਂ ਇਹ ਉੱਧਰ ਰਹਿਣਾ, ਇਹਨਾਂ ਨੇ ਰਹਿਣਾ ਉੱਧਰ ਨਹੀਂ ਜਾਣਾ, ਵੱਖਰੇ ਹੋਣਾ। ਉਹ ਮਹਾ ਬਲੰਡਰ ਕੀਤੀ ਇਹਨਾਂ ਨੇ। ਉਸ ਤੋਂ ਪਿੱਛੋਂ ਜਦੋਂ ਤੁਸੀਂ ਨਹੀਂ ਲੈਣਾ ਤੇ ਮਗਰੋਂ ਮਾਸਟਰ ਤਾਰਾ ਸਿੰਘ ਨੇ ਜਿਹੜਾ ਲਾਹੌਰ ਦੇ ਕਿਲੇ ਉਹਦੇ ਝੰਡਾ ਲੱਗਿਆ ਹੈ ਪਾਕਿਸਤਾਨ ਦਾ, ਇਹਨੂੰ ਜਾ ਕੇ ਵੱਢ ਦਿੱਤਾ, ਕੁਰਬਾਨ ਕੱਢ ਕੇ ਵੱਢ ਕੇ ਠਾਹ ਸੁੱਟ ਦਿੱਤਾ, ਉਹਦੇ ਦੰਗੇ ਦਾ ਸ਼ੁਰੂ ਹੋ ਗਏ। ਇਹਨਾਂ ਨੂੰ ਬੰਦਾ ਕੋਈ ਪੁੱਛੇ ਸਿਆਣਾ ਹੋਵੇ ਹੁੰਦਾ ਉਸ ਵੇਲੇ ਕਿ ਜਦੋਂ ਤੁਹਾਨੂੰ ਪੁੱਛਦੇ ਸੀ ਅੰਗਰੇਜ਼ ਦੱਸੋ ਕੀ ਕਰਨਾ ਤੁਹਾਂ, ਉਹ ਵੀ ਮੁਕਰ ਕੇ ਦੌੜ ਕੇ ਆਪਸ ਦੇ ਛੱਡ ਗਿਆ। ਜਦੋਂ ਬਣ ਗਿਆ ਝੰਡਾ ਚੜ ਗਿਆ ਲਾਹੌਰ ਦੇ ਵਿੱਚ ਤੇ ਤੁਸੀਂ ਮੁੜ ਕੇ ਵੱਢਣ ਲੱਗ ਪਏ ਜਾਂਦੇ, ਵੱਢ ਕੇ ਥੱਲੇ ਪਰਦਾ ਲੱਖਾਂ ਲੋਕ ਮਾਰੇ ਗਏ, ਮੁਸਲਮਾਨਾਂ ਨੇ ਸਿੱਖ ਮਾਰੇ, ਸਿੱਖਾਂ ਨੇ ਮੁਸਲਮਾਨ ਮਾਰੇ, ਹਿੰਦੂਆਂ ਨੂੰ ਬਹੁਤ ਘੱਟ ਨਾਮੇ ਨਾਲ ਜ਼ਿਆਦਾ ਨੁਕਸਾਨ ਹੋਇਆ, ਬਾਕੀ ਬਹੁਤ ਨੁਕਸਾਨ ਇਹਨਾਂ ਦਾ ਹੀ ਹੋਇਆ। ਉਸ ਤੋਂ ਪਿੱਛੇ ਤੁਸੀਂ ਆਂਦੇ ਵੀ ਇਹ ਜਿਹੜਾ ਝੰਡੇ ਦਾ ਨਕਸ਼ਾ ਕੀਤਾ ਵਾ ਪਾੜ ਕੇ ਗੁਜ਼ਾਰਾ ਕੀਤਾ ਇਹਨਾਂ ਨੇ, ਜੋ ਬੇਇੱਜ਼ਤੀ ਕੀਤੀ, ਝੰਡੇ ਦੀ ਬੇਇੱਜ਼ਤੀ ਕੀਤੀ ਹੈ। ਹੁਣ ਇਹਨਾਂ ਨੂੰ ਤੁਸੀਂ ਇਹ ਦੱਸੋ ਵੀ ਜਦੋਂ 82 ਦੀ ਵਿੱਚ ਗੱਲ ਹੈ, ਸ਼ਾਇਦ 82 83 ਦੀ, ਜਦੋਂ ਉੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਮਾਡਲ ਲੱਗਾ ਸੀ ਸਟੇਸ਼ਨ ਦੇ ਉੱਤੇ, ਨਾਲ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਲੱਗੀ ਸੀ ਕੰਧ ਦੇ ਉੱਤੇ, ਇਹਨਾਂ ਦਾ ਬੀਜੇਪੀ ਦਾ ਹੀ ਇੱਕ MLA ਸੀਗਾ ਸਾਹਿਬ ਹਰਬੰਸ ਲਾਲ ਖੰਨਾ, ਉਹਨੇ ਨਾਲ 100-200 ਬੰਦਾ ਲੈ ਕੇ ਨਾਲ ਉਹਦੇ ਸਟੇਸ਼ਨ ਤੇ ਜਾ ਕੇ ਨਾਲ ਦਰਬਾਰ ਸਾਹਿਬ ਦਾ ਮਾਡਲ ਭੰਨਿਆ ਡਾਂਗਾ ਮਾਰ ਕੇ, ਨਾਲੇ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਕੰਧ ਤੋਂ ਲਾਈ। ਉਹਦੀ ਬੇਇੱਜ਼ਤੀ ਇੰਨੀ ਕੀਤੀ ਨਾ ਮੈਂ ਦੱਸ ਨਹੀਂ ਸਕਦਾ, ਜਿਹੜੇ ਲੋਕ ਜਾਣਦੇ ਹੋ ਉਹਨੂੰ ਪਤਾ ਹੋਊ, ਮੈਂ ਦੱਸ ਨਹੀਂ ਸਕਦਾ ਵੀ ਕਿੰਨੀ ਬੇਇੱਜ਼ਤੀ ਕੀਤੀ ਹੈ। ਤੇ ਉਦੋਂ ਉਹਦੇ ਕੋਈ ਪਰਚਾ ਦਰਜ ਹੋਇਆ ਕਿ ਤੁਸੀਂ ਮਤਲਬ ਵੀ ਬੇਦਬੀ ਦਾ ਇਹ ਦਰਬਾਰ ਸਾਹਿਬ ਨਾਲ ਕੀ ਕਸੂਰ ਦਾ ਝਗੜਾ ਵਾ, ਗੁਰੂ ਰਾਮਦਾਸ ਨਾਲ ਕੀ ਝਗੜਾ, ਕਿਸੇ ਨੇ ਨਹੀਂ ਪੁੱਛਿਆ, ਨਾ ਉਹਦੇ ਬਾਅਦ ਕੋਈ ਕੇਸ ਦਰਜ ਕੀਤਾ। ਉਹ ਫਿਰ ਖਾੜਕੂਆਂ ਨੇ ਫਿਰ ਉਹਨੂੰ ਸਿੱਧਾ ਗੋਲੀ ਮਾਰ ਕੇ ਠੋਕਿਆ ਤੇ ਫਿਰ ਇਨਸਾਫ ਹੋਇਆ, ਤੇ ਉਹ ਜਿਹਨਾਂ ਗੋਲੀ ਮਾਰ ਕੇ ਉਹਨਾਂ ਨੂੰ ਠੋਕਿਆ ਬਦਲਾ ਲਿਆ, ਉਹਨਾਂ ਉਹਦੇ ਕੇਸ ਦਰਜ ਹੋ ਗਿਆ, ਉਹਨਾਂ ਦਾ ਸਭ ਕੁਝ ਹੋ ਗਿਆ। ਇਹ ਸਰਕਾਰ ਜਿਹੜੀ ਆ ਇਹ ਡਬਲ ਗੇਮ ਖੇਡਦੀ ਹੈ, ਦੂਜਿਆਂ ਘੱਟ ਗਿਣਦੇ ਨੂੰ 2 ਨੰਬਰ ਦੀ ਸ਼ਾਇਰੀ ਗਿਣਦੀ ਹੈ ਵੀ ਇਹਨਾਂ ਤੁਹਾਡਾ ਕੋਲ ਮੁੱਲ ਨਹੀਂ, ਤੁਸੀਂ ਜਿਹੜਾ ਮਰਜ਼ੀ ਮਾਰ ਜਾਓ ਤੁਹਾਡਾ ਕੋਲ ਮੁੱਲ ਨਹੀਂ ਹੈਗਾ, ਸਾਡੇ ਕੁੱਤਾ ਮਰ ਜਾਏਗਾ ਤਾਂ ਉਹਦੇ ਬੰਦੇ ਨਾਲ ਬਹੁਤਾ ਮੁੱਲ ਜਾਏ। ਤੇ ਇਹਦੇ ਵਿੱਚ ਤੁਸੀਂ ਫੈਸਲਾ ਕਰ ਲਓ ਵੀ ਉਹ ਜੇ ਫਿਰ ਰਿਜ਼ਲਟ ਕੀ ਨਿਕਲਦਾ, ਕੋਈ ਚਾਰਾ ਹੋਰ ਨਹੀਂ ਨਿਕਲਦਾ ਸਵਾਏ ਖਾਲਿਸਤਾਨ ਤੋਂ। ਉਹਦੇ ਨਾ ਕੋਈ ਇਹਨਾਂ ਨੇ ਕੱਲ ਹੱਲ ਕਰਨਾ ਜੇ, ਉਹਦਾ ਉਹ ਜਦੋਂ ਹੁਣ ਮੋਰਚਾ ਲੱਗਾ ਸੀ ਤਾਂ ਉਹਦਾ ਇਹੋ ਜਿਹੇ ਵੱਧ ਘਰਾਂ ਦਾ ਅਨੰਦਪੁਰ ਦੇ ਮੱਦੇ ਉਹਦਾ ਕੀ ਨਾ ਹਾਲ ਕੀਤਾ, ਜੇ ਨਾ ਫੌਜ ਨਾਲ ਦਵਾਇਆ ਭੰਨ ਤੋੜ ਕਰ ਦਿੱਤੀ ਤੇ ਮੁੜ ਕੇ ਚਾਹੀਦਾ ਸੀ ਸੈਕਟਰੀ ਨੂੰ ਛੱਡ ਕੇ ਉਹਦਾ ਫੈਸਲਾ ਕਰਦੇ। ਦੱਸੋ ਫੈਸਲਾ ਉਹ ਕੀਤਾ ਨਹੀਂ, ਜੇ ਮਾੜਾ ਮੋਟਾ ਕੀਤਾ ਵੀ ਨਾ ਮਿਲ ਲਿਆ ਉਹਨੂੰ ਲਾਗੂ ਨਹੀਂ ਕੀਤਾ, ਉਹ ਸਭ ਵੀ ਘੱਟ ਗਿਣਤੀਆਂ ਕੋਲ ਰਸਤਾ ਕੀ ਰਹਿ ਜਾਂਦਾ ਫਿਰ ਉਸ ਵਿੱਚੋਂ, ਤੁਸੀਂ ਆਪ ਹੀ ਦੱਸ ਦਿਓ। ਥੈਂਕ ਯੂ। ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ ਦੇ ਲਈ ਸਮਾਂ ਕੱਢਿਆ, ਤੁਸੀਂ ਆਪਣੀ ਬੇਸ਼ਕੀਮਤੀ ਰਾਏ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਤਾਂ ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਰਹੇ ਨੇ। ਤੁਸੀਂ ਵੀ ਸੁਣਿਆ ਹੈ ਕਿ ਸਾਡੇ ਦਰਸ਼ਕਾਂ ਦੀ ਕੀ ਰਾਏ ਹੈ, ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਰਾਏ ਹੈ ਜਿਹੜੀ ਪੂਰੀ ਡਿਟੇਲ ਦੇ ਨਾਲ ਸਾਹਮਣੇ ਰੱਖੀ ਹੈ, ਤਾਂ ਕੀ ਵਾਕਿਆ ਹੀ ਲੋਕ ਖਾਲਿਸਤਾਨ ਚਾਹੁੰਦੇ ਨੇ, ਇਹ ਸਵਾਲ ਹੈ। ਫਿਲਹਾਲ ਇੱਕ ਛੋਟੀ ਵਕਫੇ ਦੇ ਲਈ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਸਾਡਾ ਪ੍ਰੋਗਰਾਮ ਲਾਈਵ ਹੈ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਨੇ, ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਇੰਦਰਜੀਤ ਸਿੰਘ ਕੌਂਸਲ ਨੇ ਕੀਤਾ, ਕਿ ਉਹ ਸਹੀ ਸੀ ਜਾਂ ਫਿਰ ਉਹ ਤਰੀਕਾ ਗਲਤ ਸੀ? ਜਿਸ ਤਰ੍ਹਾਂ ਦੇ ਨਾਲ ਤਿਰੰਗਾ ਫਾੜਿਆ ਗਿਆ,
ਕੀ ਉਹ ਗਲਤ ਨਹੀਂ ਸੀ ਕਿ ਇਸ ਦੇ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ? ਕਿ ਖਾਲਿਸਤਾਨ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਕੇ ਮਿਲ ਜਾਏਗਾ ਕਿ ਜਦੋਂ ਖਾਲਿਸਤਾਨ ਮਿਲ ਸਕਦਾ ਸੀ ਉਦੋਂ ਸਾਡੇ ਸਿੱਖ ਲੀਡਰਸ ਨੇ ਖਾਲਿਸਤਾਨ ਬਣਾਉਣ ਦੀ ਹਮਾਇਤ ਕਿਉਂ ਨਹੀਂ ਕੀਤੀ? ਕਿ ਅੱਜ ਦੀ ਡੇਟ ਦੇ ਵਿੱਚ ਖਾਲਿਸਤਾਨ ਬਣਾਉਣਾ ਇੰਨਾ ਆਸਾਨ ਹੈ? ਕਿ ਅੱਜ ਦੀ ਡੇਟ ਦੇ ਵਿੱਚ ਖਾਲਿਸਤਾਨ ਦੀ ਮੰਗ ਜਾਇਜ਼ ਹੈ? ਕਿ ਅੱਜ ਦੀ ਡੇਟ ਦੇ ਵਿੱਚ ਖਾਲਿਸਤਾਨ ਬਣ ਸਕਦਾ ਹੈ? ਇਹ ਸਾਡੇ ਸਵਾਲ ਨੇ। ਕਿ ਵਾਕਿਆ ਹੀ ਦਿਨੇਸ਼ ਪਟਨਾਇਕ ਤੇ ਜੋ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕੁਝ ਸੱਚਾਈ ਹੈ? ਜੇਕਰ ਇਹਨਾਂ ਇਲਜ਼ਾਮਾਂ 'ਚ ਕੁਝ ਸੱਚਾਈ ਹੈ ਤਾਂ ਉਸਦੇ ਸਬੂਤ ਕਿੱਥੇ ਹਨ? ਜੇਕਰ ਸਬੂਤ ਨਹੀਂ ਤਾਂ ਇਸ ਦੀ ਸ਼ਿਕਾਇਤ ਪੁਲਿਸ ਜਾਂ ਕੋਰਟ ਦੇ ਕੋਲ ਕਿਉਂ ਨਹੀਂ ਕੀਤੀ ਗਈ? ਇਹ ਸਵਾਲ ਹੈ ਕਿ ਵਾਕਿਆ ਹੀ ਜਿਹੜੇ ਮਰਡਰਸ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਅਮਰੀਕਾ ਦੀ ਧਰਤੀ ਤੇ ਹੋਏ ਉਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਸੀ। ਤੁਹਾਨੂੰ ਇਸ ਮੁੱਦੇ ਤੇ ਕੀ ਲੱਗਦਾ ਹੈ? ਜਾਂ ਜੋ ਭਾਰਤ ਕਹਿ ਰਿਹਾ ਹੈ ਕਿ ਉਹਨਾਂ ਦਾ ਕੋਈ ਵੀ ਹੱਥ ਇਸ ਮਸਲੇ ਦੇ ਵਿੱਚ ਨਹੀਂ ਸੀ, ਤੁਹਾਨੂੰ ਉਹ ਸੱਚ ਲੱਗਦਾ ਹੈ? ਇਸ ਤੇ ਤੁਸੀਂ ਦੱਸ ਸਕਦੇ ਹੋ ਕਿ ਕੌਣ ਸੱਚਾ ਹੈ, ਕੌਣ ਝੂਠਾ ਹੈ? ਕਿ ਜਿਸ ਤਰ੍ਹਾਂ ਦੇ ਨਾਲ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਕਾਫਲਾ ਰੋਕਿਆ ਗਿਆ, ਕਿ ਉਹ ਸਹੀ ਹੈ? ਕਿ ਵਾਕਿਆ ਹੀ ਇਹ ਫ੍ਰੀडम ਆਫ ਸਪੀਚ ਹੈ ਜਾਂ ਇੱਕ ਹਿੰਸਕ ਕਾਰਵਾਈ ਹੈ ਜਦੋਂ ਪੁਲਿਸ ਘੇਰਾ ਤੋੜ ਕੇ ਕਿਸੇ ਗੱਡੀ ਦੇ ਸਾਹਮਣੇ ਤੁਸੀਂ ਆ ਜਾਂਦੇ ਹੋ? ਤਾਂ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਦਿਨੇਸ਼ ਪਟਨਾਇਕ ਨੇ ਜੋ ਗੱਲਾਂ ਕਹੀਆਂ ਕਿ ਭਾਰਤ ਦਾ ਕੋਈ ਵੀ ਹੱਥ ਕਿਸੇ ਵੀ ਤਰ੍ਹਾਂ ਦੇ ਕਤਲ ਦੇ ਕਾਰਵਾਈ ਦੇ ਵਿੱਚ ਨਹੀਂ ਹੈ? ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ? ਕਿੱਥੋਂ ਬੋਲ ਰਹੇ ਸੀ? ਸਤਿ ਸ੍ਰੀ ਅਕਾਲ ਜੀ। ਤੁਹਾਡੇ ਮੈਂ ਕਰਦਾ ਸੀ, ਕਹਿੰਦੇ ਝੰਡਾ ਵਾੜਿਆ ਤਿਰੰਗਾ ਖਾਲਸਾ ਦੇ ਸਮਰਥਕਾਂ ਨੇ। ਹੁਣ ਅਗਲਾ ਮਹੀਨਾ ਜੂਨ ਦਾ ਆਉਣੇ ਵਾਲਾ, ਜਦ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਉਹਦੀ ਮਾਂ ਦੇ ਸਾਹਮਣੇ ਇੱਕ ਬੱਚੇ ਨੂੰ ਫੌਜੀ ਨੇ ਲੱਤ ਰੱਖ ਕੇ ਪਾੜਿਆ। ਉਹ ਸਾਡੇ ਲਈ ਤਿਰੰਗਾ ਕਾਹਦਾ? ਉਹ ਕੱਪੜੇ ਦਾ ਮਤਲਬ ਟੁਕੜਾ ਤੁਹਾਨੂੰ ਪਿਆਰਾ ਹੋ ਗਿਆ ਤਾਂ ਜਿਹੜੇ ਮਤਲਬ ਸਿੱਖਾਂ ਨਾਲ ਜੋ ਨੁਕਸਾਨ ਹੋਇਆ ਜਾਂ ਉਹਦੇ ਮਾਂ ਪਿਓ ਦੇ ਸਾਹਮਣੇ ਬੱਚੇ ਨੂੰ ਪਾੜਿਆ ਤੇ ਜਿਨ੍ਹਾਂ ਨਾਲ ਜ਼ਖਮ ਹੋਏ ਉਹ ਕਿੱਦਾਂ ਦੁਆ ਭਰੂਗੇ? ਤੁਹਾਨੂੰ ਤਿਰੰਗੇ ਦਾ ਯਾਦ ਦੁੱਖ ਆ? ਨਹੀਂ, ਅਸੀਂ ਬਿਲਕੁਲ ਏਦਾਂ ਨਹੀਂ ਕਿਹਾ ਜੀ। ਅਸੀਂ ਸਿਰਫ ਰਾਏ ਮੰਗੀ ਹੈ ਤੇ ਤੁਸੀਂ ਇਸ ਤੇ ਕੀ ਸੋਚਦੇ ਹੋ? ਤਸਵੀਰਾਂ ਦੇ ਵਿੱਚ ਦੋ ਦਿਖਾਇਆ ਗਿਆ, ਅਸੀਂ ਉਹ ਕਿਹਾ 84 ਦਾ ਦੁੱਖ ਕੱਢ ਕੇ ਨਹੀਂ ਇੱਥੇ ਤੁਸੀਂ ਗੱਲ ਅਸੀਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ। ਅਸੀਂ 84 ਦੇ ਦਰਦ ਨੂੰ ਕਦੇ ਵੀ ਨਾ ਭੁੱਲਣ ਜੋ ਕਿਹਾ ਹੈ, ਆ ਸਭ ਕਾਰਨ ਯੋਗ ਕਿਹਾ ਹੈ। ਐਸ ਬੀਇੰਗ ਸਿਕ ਅੱਜ ਵੀ ਮੈਂ ਉਸ ਚੀਜ਼ ਨੂੰ ਕੰਡੈਮ ਕਰਦੀ ਹਾਂ। ਨਹੀਂ, ਇੱਥੇ ਤੁਸੀਂ ਗਲਤ ਹੋ ਸਕਦੇ। ਬੱਚੇ ਨੂੰ ਪਾੜਿਆ ਉਹਦੀ ਮਾਂ ਦੇ ਸਾਹਮਣੇ, ਬਿਲਕੁਲ ਉਹ ਗਲਤ ਸੀ। ਅਸੀਂ ਅੱਜ ਵੀ ਕੰਡੈਮ ਕਰਦੇ ਹਾਂ। ਤੁਸੀਂ YouTube ਤੇ ਜਾਓ, ਮੇਰੇ ਸਾਰੇ ਪੁਰਾਣੇ ਪ੍ਰੋਗਰਾਮ ਚੁੱਕੋ, ਉੱਥੇ ਤੁਸੀਂ ਦੇਖ ਸਕੋਗੇ ਕਿ ਅਸੀਂ ਉਹਨਾਂ ਨੂੰ ਕੰਡੈਮ ਕੀਤਾ ਹੈ। ਇੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਸ ਦੇ ਹੱਕ ਵਿੱਚ। ਪਰ ਇੱਥੇ ਤਿਰੰਗਾ ਫਾੜਿਆ ਗਿਆ ਕਿ ਉਹ ਸਹੀ ਸੀ? ਇੱਥੇ ਤਿਰੰਗਾ ਫਾੜਿਆ ਗਿਆ ਹੈ ਤੇ ਕ੍ਰਾਂਤੀ ਵਰਤੀ ਤਿਰੰਗੇ ਤੇ ਕੋਈ ਗਲਤੀ ਨਹੀਂ। ਉਹ ਤਾਂ ਚਲੋ ਉਹਨਾਂ ਦਾ ਖਿਆਲ ਹੋਵੇ, ਪਾੜਿਆ ਰੋਸ ਦੇ ਵਿੱਚ ਜੋ ਮਰਜ਼ੀ ਵੀ ਹੋ ਸਕਦਾ। ਰੋਸ ਦੇ ਵਿੱਚ 84 ਚ ਦਿੱਲੀ ਚ ਦੰਗੇ ਮਤਲਬ ਸਿੱਖਾਂ ਨੂੰ ਮਾਰ ਦਿੰਦੇ ਆ ਤਾਂ ਉਹ ਰੋਸ ਕਹਿੰਦੇ ਆ ਜੀ। ਅਸੀਂ ਤਾਂ ਖੁਦ ਕਹਿੰਦੇ ਹਾਂ ਕਿ 84 ਮਰਜ਼ੀ ਹੋਈ ਜਾਵੇ, ਇਨਸਾਫ ਨਹੀਂ ਮਿਲਿਆ, ਹਾਲੇ ਤੱਕ ਭਟਕ ਰਹੇ ਨੇ, ਚਾਹੇ ਟਾਈਟਲਰ ਨੇ ਕੀਤਾ ਹੋਵੇ, ਚਾਹੇ ਕਿਸੇ ਹੋਰ ਨੇ ਕੀਤਾ ਹੋਵੇ। ਪਰ ਇਹ ਤਰੀਕਾ ਸਹੀ ਸੀ? ਮੈਂ ਸਿਰਫ ਸਵਾਲ ਕੀਤਾ ਕਿ ਤਿਰੰਗਾ ਫਾੜਿਆ ਗਿਆ। ਸਰਕਾਰ ਨੂੰ ਪਤਾ ਤਾਂ ਹੋਵੇ ਵੀ ਸਾਡੇ ਪੁੱਤ ਮੁਜ਼ਾਹਰਾ ਹੁੰਦਾ, ਸਹੀ ਹੋਵੇ ਜਾਂ ਗਲਤ ਹੋਵੇ, ਅਸੀਂ ਤਾਂ ਠੀਕ ਆਹਾਂਗੇ। ਠੀਕ ਹੈ, ਓਕੇ ਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਪ੍ਰੋਗਰਾਮ ਦੇ ਲਈ ਸਮਾਂ ਕੱਢਿਆ, ਬਹੁਤ ਸ਼ੁਕਰੀਆ। ਤੇ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ, ਸਾਰੇ ਹੀ ਦਰਸ਼ਕ ਆਪੋ ਆਪਣੀ ਰਾਏ ਦੇ ਰਹੇ ਨੇ। ਸਾਡੇ ਹੁਣੇ ਜੁੜੇ ਕਾਲਰਸ ਦਾ ਕਹਿਣਾ ਸੀ ਕਿ ਇੱਕ ਵਿਰੋਧ ਪ੍ਰਦਰਸ਼ਨ ਕਰਨ ਦਾ ਤਰੀਕਾ ਸੀ ਕਿ ਜੋ 84 ਦੇ ਵਿੱਚ ਹੋਇਆ ਸੀ ਉਸਨੂੰ ਲੈ ਕੇ ਪੀੜਤ ਹਾਂ। ਬਿਲਕੁਲ ਜੋ 84 ਦੇ ਵਿੱਚ ਹੋਇਆ ਉਹ ਗਲਤ ਹੈ, ਪਰ ਤਿਰੰਗੇ ਨੂੰ ਫਾੜਨਾ ਕੀ ਜਾਇਜ਼ ਹੈ? ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ। ਆਪਣਾ ਵਿਰੋਧ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਠੀਕ ਹੈ। ਹਰ ਵਾਰ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਅਸੀਂ ਕਿਸੇ ਦੇ ਪੱਖ ਦੇ ਵਿੱਚ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਹਾਂ। ਮੈਂ ਫਿਰ ਦੱਸਿਆ ਕਿ ਅਸੀਂ ਕਿਸੇ ਵੀ ਪੱਖ ਜਾਂ ਵਿਰੋਧ ਦੇ ਵਿੱਚ ਨਹੀਂ ਹਾਂ। ਅਸੀਂ ਸਿਰਫ ਇੱਕ ਵਿਸ਼ਲੇਸ਼ਣ ਕਰ ਰਹੇ ਸੀ, ਦਰਸ਼ਕਾਂ ਤੋਂ ਉਹਨਾਂ ਦੀ ਰਾਏ ਮੰਗ ਰਹੇ ਸੀ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।